कई किसानां ने तां मीडिया के माइक के अगे ये भी गल बोली है, कई जिहड़े लोग उत्थे खड़े हुए सी उन्होंने ये गल बोली है टीवी के उत्ते कि असीं राजपथ नहीं पहुँच पा रहे ते अज साडा टीवी भी देखण नूं दिल नहीं करदा पिया कि उही झांकियां जिहड़ियां ने ਅਸੀਂ हमेशा देखते हाँ गणतंत्र दिवस मौके पर अज सानू आ जिहड़ा किसानां दा मार्च है ये देखण दा दिल कर रहा। असीं इन्हां नूं देखना चाहुंदे हां, इन्हां नूं सुनना चाहुंदे हां। एक पासे तां नरेंद्र मोदी अपनी पिठ थपथपा रहे सीगे, शाइनिंग इंडिया दे दावे जिहड़े है वो झाकियां दे जरिए दिखा रहे सी। दूजे पासे एक नाराज़ तबका अपना वखरा ही मार्च कढ रहा सी। जदों हाहाकार मची तां लग रहा सीगा कि अंदोलन किसी होर रुख नूं ही जिहड़ा है वो जा रहा है। पता नहीं की तस्वीर निकल के सामने आएगी। किते ना किते इस अंदोलन नूं ढाह लगी है और उसनूं ਜਿਹੜੇ ਡੁੱਲੇ ਬੇਰ ਨੇ ਉਹਨਾਂ ਨੂੰ ਕਹਿੰਦੇ ਨਾ ਡੁੱਲੇ ਬੇਰ ਜਿਹੜੇ ਆ ਉਹਨੂੰ ਹੁਣ ਵੀ ਇਕੱਠੇ ਕਰ ਲਓ, ਕੁਝ ਨਹੀਂ ਵਿਗੜਿਆ, ਪਰ ਵਿਗੜਿਆ ਜ਼ਰੂਰ ਹੈ। ਆਈਟੀਓ ਤੇ ਉਹਨਾਂ ਨੂੰ ਥੋੜਾ ਜਿਹਾ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉੱਥੋਂ ਜਦੋਂ ਟਰੈਕਟਰ ਜਾਂ ਲੋਕ ਜਿਹੜੇ ਅੱਗੇ ਵਧੇ ਤੇ ਅੱਗੇ ਜਦੋਂ ਲਾਲ ਕਿਲੇ 'ਚ ਗਏ ਆ, ਲਾਲ ਕਿਲਾ ਵੀ है ना, उत्थे उन्होंने किसी ने रोकिया ही नहीं, एवें जिवें किते हार लैके खड़े हो के आ जाओ तुसीं अंदर ते आओ। उन्हां दे जिहड़े बयानात आ रहे ने, जिहड़े जथेबंदी लीड कर रहे सी, उन्हां दे बयानां दे विच किते ना किते जिहड़ी इस पूरे मामले नूं लैके किते ना किते शर्मसार होण दे जिहड़े वाक ने वो झलकदे ने उन्हां दे लफ्ਜ਼ਾਂ ਦੇ ਵਿੱਚੋਂ। ਇਹ ਜਿਹੜਾ ਹੜ ਸੀ ਲੋਕਾਂ ਦੇ ਜੋਸ਼ ਦਾ, ਉਹਦਾ ਥੋੜਾ ਬਹੁਤ ਸਪਿਲ ਓਵਰ ਉਹਦਾ ਜ਼ਰੂਰ ਹੋ ਜਾਂਦਾ ਆ, ਉਹ ਹੋਇਆ ਵੀ। ਜਿਹੜੇ ਲੀਡਰ ਨੇ ਉਹਨਾਂ ਵੱਲੋਂ ਵੀ ਇਲਜ਼ਾਮ ਤਰਾਸ਼ੀ ਕੀਤੀ ਗਈ ਹੈ ਕਿ ਉਸਨੇ ਯੂਥ ਨੂੰ ਭੜਕਾ ਕੇ ਉਸ ਪਾਸੇ ਲਿਆ ਤੇ ਇੱਕ ਤਰ੍ਹਾਂ ਦਾ ਇੱਕ ਏਜੰਟ ਦਾ ਕੰਮ ਕੀਤਾ ਹੈ। तमाम ਜਿਹੜੀਆਂ ਚੀਜ਼ਾਂ ਕੁਝ ਲੋਕਾਂ ਨੂੰ ਇੱਧਰ ਉੱਧਰ ਕਰਵਾ ਕੇ ਜਾਂ ਏਜੰਸੀਆਂ ਵੱਲੋਂ ਜਾਂ ਆਪ ਕਿਸੇ ਤਰੀਕੇ ਨਾਲ ਜਾਂ ਕੁਝ ਲੋਕ ਵੈਸੇ ਵੀ ਭੋਲੇ ਵੀ ਹੋ ਸਕਦੇ ਜਿਹੜੇ ਵਿੱਚ ਉਸ ਜੋਸ਼ 'ਚ ਸ਼ਾਮਲ ਹੋ ਗਏ। ਕੁੱਲ ਮਿਲਾ ਕੇ ਉਹਦਾ ਨਤੀਜਾ ਇਹ ਨਿਕਲਿਆ ਕਿ ਇਸ ਮੂਵਮੈਂਟ ਨੂੰ ਠੇਸ ਪਹੁੰਚਾਈ ਹੈ। सत श्री अकाल जी एंड गुड मॉर्निंग टू ऑल। की हाल चाल है जी थोड़े सारिਆਂ ਦਾ? ਜ਼ਾਹਿਰ जी गल है कि इस ਵੇਲੇ ਤੁਸੀਂ ਸਾਰੇ ਟੀਵੀਆਂ ਦੇ ਅੱਗੇ ਬੈਠੇ ਹੋਵੋਗੇ, ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ਦੇ ਨਾਲ ਜੁੜੇ ਹੋਵੋਗੇ, ਸਿਰਫ ਇਹ ਜਾਣਨ ਦੇ ਲਈ ਕਿ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਗਣਤੰਤਰ ਦਿਵਸ ਸੀਗਾ ਤੇ ਉਸ ਦੀ ਤਸਵੀਰ ਕੀ ਨਿਕਲੀ ਹੈ, ਕੀ ਅਪਡੇਟ ਆਇਆ ਹੈ ਔਰ ਕੀ ਕੁਝ ਜਿਹੜੀ ਹੈ ਜਾਣਕਾਰੀ ਉੱਥੋਂ ਨਿਕਲ ਕੇ ਸਾਹਮਣੇ ਆਈ ਹੈ। ਸੋ ਬਹੁਤ ਸਾਰੀ ਅਪਡੇਟ ਜਿਹੜੀ ਹੈ ਹੁਣ ਤੱਕ ਪਹੁੰਚ ਵੀ ਚੁੱਕੀ ਹੋਣੀ ਹੈ, ਸੋ ਸਭ ਨੇ ਦੇਖ ਹੀ ਲਿਆ। ਹੁਣ ਤੁਸੀਂ ਖੁਦ ਇਹ ਚੀਜ਼ ਨੂੰ ਮਹਿਸੂਸ ਕਰੋ ਤੇ ਖੁਦ ਇਸ ਚੀਜ਼ ਬਾਰੇ ਕਮੈਂਟ ਵੀ ਜ਼ਰੂਰ ਕਰਨਾ। ਜੇ ਤੁਸੀਂ ਸਾਡੇ ਚੈਨਲ ਪੰਜਾਬੀ ਦੇ ਇਸ ਵੇਲੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਸੇ ਵੀ ਤਰੀਕੇ ਨਾਲ ਜੁੜੇ ਹੋਏ ਹੋ, ਚਾਹੇ ਫੇਸਬੁੱਕ ਦੇ ਉੱਤੇ ਜੁੜੇ ਹੋਏ ਹੋ, ਚਾਹੇ ਟੀਵੀ ਜ਼ਰੀਏ ਜੁੜੇ ਹੋਏ ਹੋ, ਤਾਂ ਸਾਨੂੰ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਭਾਰਤ ਦਾ ਜਿਹੜਾ 72ਵਾਂ ਗਣਤੰਤਰ ਦਿਵਸ ਮਨਾਇਆ ਗਿਆ, ਗਣਤੰਤਰ ਦਿਵਸ ਦੀ ਜਿਹੜੀ 72ਵੀਂ ਗਣਤੰਤਰ ਦਿਵਸ ਦੀ ਤਸਵੀਰ ਤੁਹਾਡੇ ਆਪਣੇ ਨਜ਼ਰੀਏ ਤੋਂ ਕਿਸ ਤਰ੍ਹਾਂ ਦੀ ਲੱਗੀ, ਕਿਵੇਂ ਦੇਖਦੇ ਹੋ? एक पासे तो दिखाई दे रहा सीगा कि 72वें गणतंत्र दिवस के मौके नरेंद्र मोदी जिमें पहुँचे हुए सी और परेड दिखाई जा रही सी, झाकियां देखने नूं मिल रही सीगियां और जिस तरीके नाल राजपथ के उत्ते पहुँचे हुए सीगे बीजेपी के कई आगू। स्पैशली देखा गया उत्थे कि प्रधानमंत्री नरेंद्र मोदी जदों पहुँचे तो बड़ी लाल ते पीली पगड़ी दे विच ਵੱਖਰੇ ਜਿਹੇ ਅੰਦਾਜ਼ ਦੇ ਵਿੱਚ ਪਹੁੰਚੇ, ਜਿੱਥੇ ਜਦੋਂ ਝਾਕੀਆਂ ਦਿਖਾਈਆਂ ਜਾ ਰਹੀਆਂ ਸੀਗੀਆਂ ਗਣਤੰਤਰ ਦਿਵਸ ਦੀਆਂ ਤਾਂ ਇੱਕ ਸ਼ਾਈਨਿੰਗ ਇੰਡੀਆ ਦੀ ਤਸਵੀਰ ਜਿਹੜੀ ਹੈ ਉਸਨੂੰ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸਨੂੰ ਦਿਖਾਉਣ ਦੀ ਜਿਹੜੀ ਹੈ ਉਹ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ 'ਤੇ ਲਾਲ ਪੀਲੀ ਪਗੜੀ ਬੰਨੇ ਨਰਿੰਦਰ ਮੋਦੀ ਨੂੰ ਕਹਿ ਸਕਦੇ ਹਾਂ ਕਿ ਖੁਦ ਦੀ ਪੇਠੀ ਜਿਹੜੀ ਹੈ ਉਹ ਥਪਥਪਾ ਰਹੇ ਸੀਗੇ। ਦੂਜੇ ਪਾਸੇ ਦੀ ਜਦੋਂ ਤਸਵੀਰ ਨਿਕਲ ਕੇ ਸਾਹਮਣੇ ਆਈ, ਜਿਹੜੇ ਲੋਕ राजपथ नहीं पहुँच पाए या ਜਿਹੜੇ लोग टीवी जरिए इस परेड ਨੂੰ नहीं देख रहे ਸੀਗੇ, ਜਿਨ੍ਹਾਂ ਦਾ ਦਿਲ नहीं कर रहा ਸੀ, ਉਹਨਾਂ ਨੇ ਜਿਹੜੀ ਪਰੇਡ ਦੇਖੀ, ਉਹਨਾਂ ਨੇ ਜਿਹੜਾ ਮਾਰਚ ਦੇਖਿਆ ਉਹ ਦੇਖਿਆ ਕਿਸਾਨਾਂ ਦਾ ਮਾਰਚ। ਕਿਸਾਨ ਜਥੇਬੰਦੀਆਂ ਜਦੋਂ ਦਿੱਲੀ ਦੀਆਂ ਸੜਕਾਂ ਤੋਂ ਆਪਣਾ ਜਿਸ ਤਰੀਕੇ ਨਾਲ ਮਾਰਚ ਕੱਢਣ ਦੇ ਲਈ ਤੁਰੀਆਂ ਸੀ, ਬਹੁਤ ਹੀ ਪੀਸਫੁਲ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਮਾਰਚ ਕੱਢਿਆ ਗਿਆ। ਸ਼ੁਰੂਆਤ ਬਹੁਤ ਚੰਗੇ ਤਰੀਕੇ ਦੇ ਨਾਲ ਹੋਈ ਤੇ ਜਿਹੜੇ ਲੋਕ ਸੀਗੇ ਦਿੱਲੀ ਦੇ ਉਹਨਾਂ ਨੇ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਉਹਨਾਂ ਦਾ ਵੈਲਕਮ ਕੀਤਾ, ਫੁੱਲ ਵੀ ਸੁੱਟੇ ਤੇ ਲੋਕ ਬੜੇ ਹੀ ਪਿਆਰ ਦੇ ਨਾਲ ਤੇ ਇੱਕ ਬੜੀਆਂ ਹੀ ਉਹ ਵਾਲੀਆਂ ਨਜ਼ਰਾਂ ਦੇ ਨਾਲ, ਜਿਹਨੂੰ ਕਹਿੰਦੇ ਨੇ ਨਾ ਕਿ ਭਾਵੁਕ ਹੋ ਕੇ ਕਿਸਾਨਾਂ ਦੇ ਇਸ ਮਾਰਚ ਨੂੰ ਦੇਖ ਰਹੇ ਸੀ ਤੇ ਖੁਸ਼ ਹੋ ਰਹੇ ਸੀ। ਤੇ ਕਈ ਕਿਸਾਨਾਂ ਨੇ ਤਾਂ ਮੀਡੀਆ ਦੇ ਮਾਈਕ ਦੇ ਅੱਗੇ ਇਹ ਵੀ ਗੱਲ ਬੋਲੀ ਹੈ, ਕਈ ਜਿਹੜੇ ਲੋਕ ਉੱਥੇ ਖੜੇ ਹੋਏ ਸੀ ਉਹਨਾਂ ਨੇ ਇਹ ਗੱਲ ਬੋਲੀ ਹੈ ਟੀਵੀ ਦੇ ਉੱਤੇ ਕਿ ਅਸੀਂ ਰਾਜਪਥ ਨਹੀਂ ਪਹੁੰਚ ਪਾ ਰਹੇ ਤੇ ਅੱਜ ਸਾਡਾ ਟੀਵੀ ਵੀ ਦੇਖਣ ਨੂੰ ਦਿਲ ਨਹੀਂ ਕਰਦਾ ਪਿਆ ਕਿ ਉਹੀ ਝਾਕੀਆਂ ਜਿਹੜੀਆਂ ਨੇ ਅਸੀਂ ਹਮੇਸ਼ਾ ਦੇਖਦੇ ਹਾਂ ਗਣਤੰਤਰ ਦਿਵਸ ਮੌਕੇ ਪਰ ਅੱਜ ਸਾਨੂੰ ਆ ਜਿਹੜਾ ਕਿਸਾਨਾਂ ਦਾ ਮਾਰਚ ਹੈ ਇਹ ਦੇਖਣ ਦਾ ਦਿਲ ਕਰ ਰਿਹਾ। ਅਸੀਂ ਇਹਨਾਂ ਨੂੰ ਦੇਖਣਾ ਚਾਹੁੰਦੇ ਹਾਂ, ਇਹਨਾਂ ਨੂੰ ਸੁਣਨਾ ਚਾਹੁੰਦੇ ਹਾਂ। ਇੱਕ ਪਾਸੇ ਤਾਂ ਨਰਿੰਦਰ ਮੋਦੀ ਆਪਣੀ ਪਿੱਠ ਥਪਥਪਾ ਰਹੇ ਸੀਗੇ, ਸ਼ਾਈਨਿੰਗ ਇੰਡੀਆ ਦੇ ਦਾਅਵੇ ਜਿਹੜੇ ਹੈ ਉਹ ਝਾਕੀਆਂ ਦੇ ਜ਼ਰੀਏ ਦਿਖਾ ਰਹੇ ਸੀ। ਦੂਜੇ ਪਾਸੇ ਇੱਕ ਨਾਰਾਜ਼ ਤਬਕਾ ਆਪਣਾ ਵੱਖਰਾ ਹੀ ਮਾਰਚ ਕੱਢ ਰਿਹਾ ਸੀ, ਜਿਹੜੇ ਨਾਰਾਜ਼ ਸੀ ਤੇ ਸਰਕਾਰੀ ਦਾਅਵਿਆਂ ਦੀ
ਫੂਕ ਜਿਹੜੀ ਹੈ ਉਹ ਕੱਢਦੀ ਜਿਹੜੀ ਹੈ ਉਹ ਦਿਖਾਈ ਦੇ ਰਹੇ ਸੀਗੇ ਅਤੇ ਉਹਨਾਂ ਦਾਅਵਿਆਂ ਦੀ ਜਿਹੜੀ ਪੋਲ ਹੈ ਉਹ ਵੀ ਖੋਲਦੇ ਦਿਖਾਈ ਦੇ ਰਹੇ ਸੀਗੇ। ਸੋ ਕਿਹੜਾ ਸ਼ਾਈਨਿੰਗ ਇੰਡੀਆ, ਇਹ ਵਾਕਈ ਇੱਕ ਵੱਡਾ ਸਵਾਲ ਹੈ। ਸੋ ਜਦੋਂ ਇਤਿਹਾਸ ਦੇ ਵਿੱਚ ਇਸ ਵਾਰ ਦੇ 26 ਜਨਵਰੀ ਦਾ ਜਿਹੜਾ 72ਵਾਂ ਗਣਤੰਤਰ ਦਿਵਸ ਜਦੋਂ ਆਏਗਾ ਤਾਂ ਉਸ ਦੇ ਵਿੱਚ ਸਿਰਫ ਇੱਕ ਪਰੇਡ ਨਹੀਂ ਆਏਗੀ, ਬਲਕਿ ਕਿਸਾਨਾਂ ਦੇ ਵੱਲੋਂ ਜਿਹੜਾ ਮਾਰਚ ਕੱਢਿਆ ਗਿਆ ਉਸ ਦਾ ਜ਼ਿਕਰ ਵੀ ਜ਼ਰੂਰ ਕੀਤਾ ਜਾਏਗਾ। ਹਾਲਾਂਕਿ ਮਾਰਚ ਜਿਸ ਤਰੀਕੇ ਨਾਲ ਸ਼ੁਰੂ ਹੋਇਆ, ਬਾਅਦ ਦੇ ਵਿੱਚ ਜ਼ਰੂਰ ਕੁਝ ਹਾਹਾਕਾਰ ਮਚੀ, ਬੈਰੀਕੇਡਿੰਗ ਜਿਹੜੀ ਹੈ ਉਹ ਜਦੋਂ ਤੋੜੀ ਗਈ ਤਾਂ ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਝੜਪ ਹੋਈ ਆਪਸ ਦੇ ਵਿੱਚ ਅਤੇ ਉਸ ਦੌਰਾਨ ਥੋੜੀ ਹਿੰਸਾ ਹੋਈ ਹੈ। ਕੁਝ ਲੋਕ ਕਹਿ ਰਹੇ ਨੇ ਕਿ ਕੁਝ ਲੋਕਾਂ ਦੀ ਮੌਤ ਵੀ ਇਸ ਦੇ ਵਿੱਚ ਹੋਈ ਹੈ ਤੇ ਹਾਲਾਂਕਿ ਜਦੋਂ ਹਾਹਾਕਾਰ ਮਚੀ ਤਾਂ ਲੱਗ ਰਿਹਾ ਸੀਗਾ ਕਿ ਅੰਦੋਲਨ ਕਿਸੇ ਹੋਰ ਰੁਖ ਨੂੰ ਹੀ ਜਿਹੜਾ ਉਹ ਜਾ ਰਿਹਾ ਹੈ। ਪਤਾ ਨਹੀਂ ਕੀ ਤਸਵੀਰ ਨਿਕਲ ਕੇ ਸਾਹਮਣੇ ਆਏਗੀ। ਬਹਿਰਹਾਲ ਇਹ ਵੀ ਤਸਵੀਰ ਦੇਖਣ ਨੂੰ ਮਿਲੀ ਕਿ ਲਾਲ ਕਿਲੇ ਦੇ ਉੱਤੇ ਜਿਹੜਾ ਕੇਸਰੀ ਝੰਡਾ ਜਿਹੜਾ ਉਹ ਲਗਾਇਆ ਗਿਆ, ਉਸ ਨੂੰ ਲੈ ਕੇ ਵੀ ਕਾਫੀ ਹਾਹਾਕਾਰ ਮਚੀ। ਕੁਝ ਵੱਖਰੇ ਕਿਸਮ ਦਾ ਵਿਵਾਦ ਜਿਹੜਾ ਜਦੋਂ ਹੁਣ ਅਸੀਂ ਸੋਸ਼ਲ ਮੀਡੀਆ ਤੇ ਜਾ ਰਹੇ ਹਾਂ ਤਾਂ ਕੁਝ ਵੱਖਰੇ ਕਿਸਮ ਦਾ ਵਿਵਾਦ ਉਸ ਤੇ ਵੀ ਬੰਦਾ ਦਿਖਾਈ ਦੇ ਰਿਹਾ। ਖੈਰ, ਇਹ ਜੋ ਹੋਇਆ ਇਹ ਸਹੀ ਹੋਇਆ ਜਾਂ ਗਲਤ ਹੋਇਆ, ਕਿਸ ਕਿਸਮ ਦੀਆਂ ਗੱਲਾਂ ਹੁਣ ਇਸ ਤੋਂ ਬਾਅਦ ਹੋ ਰਹੀਆਂ ਨੇ? ਜਦੋਂ ਅੰਦੋਲਨ ਜਿਹੜਾ ਉਹ ਹੋ ਗਿਆ, ਜਦੋਂ ਕਿਸਾਨਾਂ ਦਾ ਵੀ ਮਾਰਚ ਜਿਹੜਾ ਉਹ ਨਿਕਲ ਗਿਆ, ਤਾਂ ਹੁਣ ਕਿਵੇਂ ਦੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ? ਕਿੰਨਾ ਕੁ ਸਹੀ ਸੀਗਾ ਇਹ ਤਰੀਕਾ ਜਿਹੜਾ ਅਪਣਾਇਆ ਗਿਆ ਜਾਂ ਜੋ ਕੁਝ ਵੀ ਅੱਜ ਹੋਇਆ? ਇਸ ਤੇ ਗੱਲਬਾਤ ਕਰਨ ਦੇ ਲਈ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਤੇ ਰਾਜੇਸ਼ ਗਿੱਲ ਜੀ ਵੀ ਜੁੜੇ ਹੋਏ ਨੇ। ਪ੍ਰੋਫੈਸਰ ਮਨਜੀਤ, ਰਾਜੇਸ਼ ਗਿੱਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋਅ 'ਚ। ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਰਾਜੇਸ਼ ਜੀ, ਸਭ ਤੋਂ ਪਹਿਲਾਂ ਤਾਂ ਖਬਰ ਹੀ ਜਾਣਾਂਗੇ। ਖਬਰਾਂ ਬਹੁਤ ਸਾਰੀਆਂ ਅੱਜ ਨਿਕਲ ਕੇ ਸਾਹਮਣੇ ਆਈਆਂ ਤੇ ਮੇਨ ਖਬਰਾਂ ਦੇ ਉੱਤੇ ਅਸੀਂ ਜਾਵਾਂਗੇ ਕਿ ਕੀ ਅਪਡੇਟਸ ਜਿਹੜੇ ਨੇ ਇਸ ਵੇਲੇ ਤੱਕ ਪਹੁੰਚੇ ਨੇ। ਦੇਖੋ ਸ਼ਹਿਰੀ, ਸਾਰਾ ਕੁਝ ਤਾਂ ਤੁਸੀਂ ਹਾਲਾਤ ਜਿਹੜੇ ਨੇ ਉਹ ਲਗਭਗ ਬਿਆਨ ਕਰ ਦਿੱਤੇ ਨੇ, ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਸਭ ਤੋਂ ਜ਼ਿਆਦਾ ਤਾਂਗ ਇਹ ਸੀ ਕਿ ਦੋ ਤਰ੍ਹਾਂ ਦੇ ਮਾਰਚ ਪਹਿਲੀ ਵਾਰ ਵੇਖਣ ਨੂੰ ਮਿਲਣਗੇ। ਇੱਕ ਪਾਸੇ ਜੈ ਜਵਾਨ ਤੇ ਇੱਕ ਪਾਸੇ ਜੈ ਕਿਸਾਨ। ਇੰਨੀ ਜ਼ਿਆਦਾ ਤਾਂਗ ਸੀ ਪੂਰੇ ਵਿਸ਼ਵ ਨੂੰ ਕਿ ਇਹ ਇੱਕ ਇਤਿਹਾਸਿਕ ਜਿਹੜਾ ਦਿਨ ਹੋਏਗਾ। ਇਤਿਹਾਸਿਕ ਤਾਂ ਦਿਨ ਬੀਤਿਆ, ਪਰ ਕਾਫੀ ਹੱਦ ਤੱਕ ਜਿਹੜਾ ਮੰਦਭਾਗਾ ਵੀ ਦਿਨ ਸੀਗਾ। ਜੇ ਅਸੀਂ ਕਿਸਾਨਾਂ ਦੇ ਪਹਿਲੇ ਬਿਆਨਾਤ ਨੂੰ ਲਈਏ, ਜੇ ਕਿਸਾਨਾਂ ਦੀਆਂ ਪਹਿਲੀਆਂ ਤਿਆਰੀਆਂ ਨੂੰ ਲਈਏ, ਕਿਸਾਨ ਆਗੂਆਂ ਦੀ ਖਾਸ ਤੌਰ ਤੇ ਮੈਂ ਗੱਲ ਕਰ ਰਿਹਾ, ਉਸ ਦੇ ਮੱਦੇਨਜ਼ਰ ਦੇਸ਼ ਦੀ ਜਿਹੜੀ ਆਪਣੀ ਇੱਕ ਗਰਿਮਾ ਹੁੰਦੀ ਹੈ, ਉਸ ਦੇ ਮੱਦੇਨਜ਼ਰ ਇਸ ਦਿਨ ਦੀ ਜਿਹੜੀ ਆਪਣੀ ਗਰਿਮਾ ਹੁੰਦੀ ਉਸ ਦੇ ਮੱਦੇਨਜ਼ਰ ਜੇ ਲਿਆ ਜਾਵੇ ਤਾਂ ਇਹ ਦਿਨ ਮੰਦਭਾਗਾ ਸੀਗਾ। ਮਾਰਚ ਨੂੰ ਆਪਾਂ ਬਹੁਤ ਸਫਲ ਕਹਾਂਗੇ। ਇੱਕ ਪਾਸੇ ਤਾਂ ਮਾਰਚ ਸੀ, ਜੇ ਉਸਨੂੰ ਵੱਡੀ ਗਿਣਤੀ ਦੇ ਵਿੱਚ ਟਰੈਕਟਰਾਂ ਦੀ ਗੱਲ ਕਰੀਏ, ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਦੀ ਗੱਲ ਕਰੀਏ ਤਾਂ ਇਹ ਮਾਰਚ ਬੇहद ਸਫਲ ਸੀਗਾ। ਜੋ ਚਾਹੁੰਦੇ ਸੀਗੇ ਕਿ ਇੱਕ ਵਿਸ਼ਵ ਪੱਧਰ ਤੇ ਇਸ ਦੀ ਪਹਿਚਾਣ ਬੜੇ, ਵਿਸ਼ਵ ਪੱਧਰ ਤੇ ਜੋ ਸੁਨੇਹਾ ਦੇਣਾ ਚਾਹੁੰਦੇ ਸੀ ਉਹ ਦੇਣ ਦੇ ਵਿੱਚ ਕਾਮਯਾਬ ਹੋਏ ਆ। ਪਰ ਦੂਸਰੇ ਪਾਸੇ ਜਿਹੜੀ ਇੱਕ ਨੈਗੇਟਿਵ ਤਸਵੀਰ ਗਈ ਹੈ ਉਸ ਦੇ ਨਾਲ ਕਿਤੇ ਨਾ ਕਿਤੇ, ਭਾਵੇਂ ਹੁਣ ਅਸੀਂ ਜੋ ਮਰਜ਼ੀ ਕਹੀ ਜਾਈਏ, ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਢਾਹ ਲੱਗੀ ਹੈ ਔਰ ਉਸ ਨੂੰ ਜਿਹੜੇ ਡੁੱਲੇ ਬੇਰ ਨੇ ਉਹਨਾਂ ਨੂੰ ਕਹਿੰਦੇ ਨਾ, ਡੁੱਲੇ ਬੇਰ ਜਿਹੜੇ ਆ ਉਹਨੂੰ ਹੁਣ ਵੀ ਇਕੱਠੇ ਕਰ ਲਓ, ਕੁਝ ਨਹੀਂ ਵਿਗੜਿਆ, ਪਰ ਵਿਗੜਿਆ ਜ਼ਰੂਰ ਹੈ। ਇਕੱਠੇ ਕਰਨ ਤੇ ਥੋੜਾ ਜਿਹਾ ਸਮਾਂ ਜ਼ਰੂਰ ਲੱਗੇਗਾ। ਹੁਣ ਜਿਹੜੀ 1 ਤਰੀਕ ਦਾ ਮਾਰਚ ਹੈ ਉੱਤੇ ਵੀ ਥੋੜਾ ਜਿਹਾ ਅਸਰ ਜ਼ਰੂਰ ਹੋਵੇਗਾ। ਦੇਖੋ, ਇਹ ਅੰਦੋਲਨ ਜਿਹੜਾ ਚੱਲਿਆ, ਜਦੋਂ ਇਹ ਸਾਰੇ ਹਿੰਸਕ ਘਟਨਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਤਾਂ ਇਸ ਅੰਦੋਲਨ ਨੂੰ ਕਿਹਾ ਜਾ ਰਿਹਾ ਸੀ ਕਿ ਇਸ ਨੂੰ 5 ਦਿਨ ਵੀ ਲੱਗ ਸਕਦੇ ਨੇ, 10 ਦਿਨ ਵੀ ਲੱਗ ਸਕਦੇ ਨੇ। ਟਰੈਕਟਰ ਇੰਨੀ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ, ਪਰ ਉਸੇ ਵੇਲੇ ਵਾਪਸ ਬੁਲਾਉਣੇ ਪਏ। ਨਹੀਂ ਜੀ, ਬਾਰਡਰਸ ਤੇ ਵਾਪਸ ਆ ਜਾਓ, ਇਹ ਟਰੈਕਟਰ ਮਾਰਚ ਹੁਣ ਖਤਮ ਹੈ, ਇਹ ਇਸ ਤੋਂ ਅੱਗੇ ਨਹੀਂ ਹੋਏਗਾ। ਇਹ ਬੜਾ ਵੱਡਾ ਝਟਕਾ ਹੈ। ਇੱਕ ਮਾਰਚ ਜਿਹੜਾ ਅਸੀਂ 5-10 ਦਿਨ ਦਾ ਪਲਾਨ ਕੀਤਾ ਹੋਇਆ ਸੀਗਾ ਕਿ ਅਸੀਂ ਪੀਸਫੁਲੀ ਦਿੱਲੀ ਦੇ ਸੜਕਾਂ ਤੇ ਘੁੰਮਣਾ ਹੈ ਔਰ ਦਿੱਲੀ ਦੇ ਲੋਕ ਜਿੱਥੇ ਬਾਹਾਂ ਫੈਲਾ ਕੇ ਇਸ ਦਾ ਇੰਤਜ਼ਾਰ ਕਰ ਰਹੇ ਸੀ, ਫੁੱਲਾਂ ਦੀ ਵਰਖਾ ਕਰ ਰਹੇ ਸੀ, ਤੇ ਦੂਜੇ ਪਾਸੇ ਇਹ ਕੀ ਹੋ ਰਿਹਾ ਸੀਗਾ। ਹੁਣ ਇਸ ਦੇ ਉੱਤੇ ਕਈ ਤਰ੍ਹਾਂ ਦੇ ਮੰਥਨ ਜਿਹੜੇ ਕੀਤੇ ਜਾ ਰਹੇ ਨੇ, ਕਈ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਔਰ ਕਈ ਨਾਂ ਲਏ ਜਾ ਰਹੇ ਨੇ, ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਔਰ ਅਸੀਂ ਇਹ ਸਾਰਾ ਮਸਲਾ ਅੱਜ ਡਿਸਕਸ ਕਰਾਂਗੇ। ਪ੍ਰੋਫੈਸਰ ਸਾਹਿਬ ਵੀ ਬੈਠੇ ਨੇ, ਸਾਰੀ ਗੱਲਬਾਤ ਕਰਾਂਗੇ ਇਸ ਤੇ ਕਿ ਇਹ ਜੋ ਕੁਝ ਹੋਇਆ ਕਿਵੇਂ ਹੋਇਆ, ਕਿਉਂ ਹੋਇਆ। ਤੇ ਇਹਦੇ ਵਿੱਚ ਹੁਣ ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ, ਨਾਂ ਜਿਹੜੇ ਲਏ ਜਾ ਰਹੇ ਨੇ ਔਰ ਜਿਹੜੇ ਲੀਡਰਾਂ ਨੇ ਉਹਨਾਂ ਦੇ ਜਿਹੜੇ ਬਿਆਨਾਤ ਆ ਰਹੇ ਨੇ, ਜਿਹੜੇ ਜਥੇਬੰਦੀ ਨੂੰ ਲੀਡ ਕਰ ਰਹੇ ਸੀ, ਉਹਨਾਂ ਦੇ ਬਿਆਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇਸ ਪੂਰੇ ਮਾਮਲੇ ਨੂੰ ਲੈ ਕੇ ਕਿਤੇ ਨਾ ਕਿਤੇ ਸ਼ਰਮਸਾਰ ਹੋਣ ਦੇ ਜਿਹੜੇ ਵਾਕ ਨੇ ਉਹ ਝਲਕਦੇ ਨੇ ਉਹਨਾਂ ਦੇ ਲਫ਼ਜ਼ਾਂ ਦੇ ਵਿੱਚੋਂ ਕਿ ਇਹ ਨਹੀਂ ਹੋਣਾ ਚਾਹੀਦਾ ਸੀ ਜੋ ਹੋ ਗਿਆ ਔਰ ਇਸ ਦੇ ਨਾਲ ਕਿਤੇ ਨਾ ਕਿਤੇ ਇੱਕ ਨੁਕਸਾਨ ਜ਼ਰੂਰ ਪਹੁੰਚਿਆ। ਏਡੇ ਲੰਮੇ ਸਮੇਂ ਦਾ ਜਿਹੜਾ ਪੀਸ ਜਿਹੜੀ ਸੀ ਉਹ ਹੀ ਇਸ ਅੰਦੋਲਨ ਦੀ ਸਭ ਤੋਂ ਵੱਡੀ ਤਾਕਤ ਸੀ ਜਿਸ ਨੂੰ ਕਿ ਢਾਹ ਲੱਗੀ ਹੈ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜਾ ਇੱਕ ਕੇਸਰੀ ਨਿਸ਼ਾਨ, ਦੇਖੋ ਕੇਸਰੀ ਨਿਸ਼ਾਨ ਜਿਹੜਾ ਸਾਡਾ ਸਰਤਾਜ ਹੈ ਸਾਰਿਆਂ ਦਾ, ਕਿ ਉਹਨੂੰ ਇਸ ਦੁਨਿਆਵੀ ਤੇ ਲਾ ਕੇ ਕੀ ਸਾਬਤ ਕਰਨਾ ਚਾਹੁੰਦੇ ਸੀ ਅਸੀਂ, ਜਦਕਿ ਉਸਦਾ ਮੁਕਾਮ ਤਾਂ ਪੂਰੀ ਦੁਨੀਆ ਤੋਂ ਉੱਪਰ ਹੈ।
ਤੇ ਉਸ ਨੂੰ ਇਸ ਥਾਂ ਤੇ ਲਾ ਕੇ ਕਿ ਅੰਦੋਲਨ ਦੇ ਤਿੰਨੇ ਕਾਨੂੰਨ ਵਾਪਸ ਹੋ ਜਾਣੇ ਸੀਗੇ, ਕਿ ਇਹ ਸਾਬਤ ਕਰਨਾ ਚਾਹੁੰਦੇ ਸੀ। ਇਹ तमाम ਚੀਜ਼ਾਂ ਨੇ ਜਿਹੜੀਆਂ ਅੱਜ ਇੱਕ ਨੈਗੇਟਿਵ ਅਪਰੋਚ ਜਿਹੜੀ ਆ ਦਰਸਾਉਂਦੀਆਂ ਨੇ ਉਹ, ਕਿਉਂਕਿ ਇਹ ਜਿਹੜੀ ਚੀਜ਼ ਹੈ ਉਦੋਂ ਹੀ ਦਿਖਣੀ ਸ਼ੁਰੂ ਹੋ ਗਈ ਸੀ ਜਦੋਂ ਰਾਤ ਨੂੰ ਸਟੇਜ ਦੇ ਉੱਤੇ ਕੁਝ ਯੂਥ ਜਿਹੜੇ ਨੇ ਉਹਨਾਂ ਨੇ ਸਟੇਜ ਦੇ ਉੱਤੇ ਕਬਜ਼ਾ ਕਰ ਲਿਆ ਸੀ। ਕਬਜ਼ਾ ਕਰਕੇ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ ਕਿ ਜੀ ਅਸੀਂ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਗੱਲ ਨਹੀਂ ਮੰਨਦੇ, ਅਸੀਂ ਆਪਣੇ ਤਰੀਕੇ ਨਾਲ ਚੱਲਾਂਗੇ। ਹਾਲਾਂਕਿ ਉਸ ਵੇਲੇ ਉਸ ਨੂੰ ਸ਼ਾਂਤ ਕਰ ਲਿਆ ਗਿਆ। ਔਰ ਇਸ ਦੇ ਵਿੱਚ ਸਭ ਤੋਂ ਵੱਡਾ ਨਾਂ ਜਿਹੜਾ ਦੀਪ ਸਿੱਧੂ ਦਾ ਜਿਹੜਾ ਨਾਂ ਆ ਰਿਹਾ, ਜਿਸ ਦੇ ਉੱਤੇ ਜਿਹੜੇ ਲੀਡਰ ਨੇ ਉਹਨਾਂ ਵੱਲੋਂ ਵੀ ਇਲਜ਼ਾਮ ਤਰਾਸ਼ੀ ਕੀਤੀ ਗਈ ਹੈ ਕਿ ਉਸਨੇ ਯੂਥ ਨੂੰ ਭੜਕਾ ਕੇ ਉਸ ਪਾਸੇ ਲਿਆਇਆ ਤੇ ਇੱਕ ਤਰ੍ਹਾਂ ਦਾ ਇੱਕ ਏਜੰਟ ਦਾ ਕੰਮ ਕੀਤਾ। ਇਹ तमाम ਜਿਹੜੀਆਂ ਚੀਜ਼ਾਂ, ਔਰ ਇਹ ਜਿਹੜੀ ਪੂਰੀ ਖਬਰ ਹੈ ਉਹਦਾ ਲਬੋ ਲਬਾਬ ਇਹੀ ਆ ਕਿ ਇੱਕ ਦੇਖੋ ਅਸੀਂ ਗੱਲ ਕਰਦੇ ਸੀ ਕਿ ਕੈਪੀਟਲ ਤੇ ਜਿਹੜਾ ਜੋ ਹੋਇਆ ਉਹਦਾ ਬੜੀ ਚਰਚਾ ਹੋਈ, ਭਾਰਤ ਦੇ ਵਿੱਚ ਵੀ ਬਹੁਤ ਜ਼ਿਆਦਾ ਚਰਚਾ ਹੋਈ। ਤਾਂ ਉਸ ਕੀ ਸੀ, ਉੱਥੇ ਵੀ ਭੀੜ ਤੰਤਰ ਵੇਖਣ ਨੂੰ ਮਿਲਿਆ। ਭੀੜ ਤੰਤਰ ਨੇ ਜਾ ਕੇ ਉੱਥੇ ਆਪਣਾ ਜਿਹੜਾ ਇੱਕ ਤਰ੍ਹਾਂ ਨਾਲ ਕਬਜ਼ਾ ਕਰ ਲਿਆ ਉਸ ਤੇ ਕੈਪੀਟਲ ਤੇ ਇੱਥੇ ਵੀ ਤੇ ਇਹ ਕਰਨ ਦਾ ਯਤਨ ਕੀਤਾ ਗਿਆ। ਤਾਂ ਉਹ ਜਿਹੜੀ ਮਨਸ਼ਾ ਸੀ ਜਿਸਦੇ ਬਾਰੇ ਜਿਸਦਾ ਡਰ ਸੀ ਕਿਸਾਨ ਆਗੂਆਂ ਨੂੰ ਸਭ ਤੋਂ ਜ਼ਿਆਦਾ, ਜਿਸ ਬਾਰੇ ਕਹਿ ਰਹੇ ਸੀ, ਔਰ ਵਾਰ-ਵਾਰ ਰਿਟਰਨ ਉਹਨਾਂ ਨੇ ਇਹ ਦਿੱਤਾ ਹਰ ਇੱਕ ਜਥੇਬੰਦੀ ਦੇ ਨਾਲ ਜੁੜੇ तमाम ਜਿਹੜੇ ਕਿਸਾਨ ਸੀ ਉਹਨਾਂ ਨੂੰ ਰਿਟਰਨ ਦਿੱਤਾ ਕਿ ਅਸੀਂ ਕੋਈ ਕਬਜ਼ਾ ਕਰਨ ਨਹੀਂ ਜਾ ਰਹੇ, ਲਾਲ ਕਿਲੇ ਦਾ ਕੋਈ ਪ੍ਰੋਗਰਾਮ ਨਹੀਂ ਹੈ ਸਾਡੇ ਕੋਈ ਉਦਾਂ ਦੇ ਸਲੋਗਨ ਨਹੀਂ ਹੋਣੇ ਚਾਹੀਦੇ, ਕੁਝ ਨਹੀਂ ਹੋਣਾ ਚਾਹੀਦਾ। ਉਸ ਦੇ ਬਾਵਜੂਦ ਇਹ ਜਿਹੜੀ ਚੀਜ਼ਾਂ ਹੋਈਆਂ ਇਹ ਬਹੁਤ ਮੰਦਭਾਗੀਆਂ ਨੇ, ਉਹ ਇਹ ਨਹੀਂ ਹੋਣੀਆਂ ਚਾਹੀਦੀਆਂ। ਬਿਲਕੁਲ ਪ੍ਰੋਫੈਸਰ ਸਾਹਿਬ ਕੀ ਕਹਿਣਾ ਚਾਹੋਗੇ ਕਿ ਵਾਕਈ ਹੀ ਜਿਵੇਂ ਰਾਜੇਸ਼ ਜੀ ਨੇ ਜਾਣਕਾਰੀ ਦਿੱਤੀ ਹੈ ਕਿ ਢਾਹ ਲੱਗ ਗਈ ਅੰਦੋਲਨ ਨੂੰ, ਕਿ ਕਹਿ ਸਕਦੇ ਹਾਂ ਕਿ ਅੱਜ ਦਾ ਅੰਦੋਲਨ ਜਿਹੜਾ ਹੈ ਉਹ ਹਿੰਸਕ ਹੋ ਗਿਆ ਤੇ ਜਿੰਨੀ ਪਲਾਨਿੰਗ ਕੀਤੀ ਗਈ ਸੀ ਉਹ ਸਾਰੀ ਕਿਤੇ ਨਾ ਕਿਤੇ ਫੇਲ ਹੋਈ ਦਿਖਾਈ ਦਿੱਤੀ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈਗਾ। ਦੇਖੋ ਜਿਹੜੇ ਕਿਸਾਨ ਆਰਗੇਨਾਈਜੇਸ਼ਨ ਆ ਉਹ ਆਪਣੇ ਰੂਟ ਤੇ ਵੀ ਗਈਆਂ, ਉਹਨਾਂ ਨੇ ਆਪਣਾ ਉਹ ਡਿਸਪਲਿਨ ਤੇ ਉਹ ਸਾਰਾ ਜੋ ਪ੍ਰੀ ਪਲਾਨ ਸੀ ਉਹਦੇ ਮੁਤਾਬਕ ਹੀ ਮਾਰਚ ਕੱਢਿਆ। ਇੱਕ ਸੈਕਸ਼ਨ ਖਾਸ ਕਰਕੇ ਜਿਸ ਤਰ੍ਹਾਂ ਦੀਪ ਸਿੱਧੂ ਦਾ ਨਾਂ ਰਾਜੇਸ਼ ਉਹਨਾਂ ਨੇ ਲਿਆ, ਕੁਝ ਉਹਨਾਂ ਦੇ ਸੰਗੀ ਸਾਥੀ ਹੋਰ, ਕੁਝ ਉਹੋ ਜਿਹੇ ਕੁਝ ਹੋਰ ਵੀ ਜਿਨ੍ਹਾਂ ਦਾ ਖੂਨ ਜ਼ਿਆਦਾ ਵਾਲੇ ਖਾਂਦਾ, ਨਾਲ ਰਲ ਕੇ ਉਹਨਾਂ ਨੇ ਆਪਣੀ ਹੀ ਇੱਕ ਰਸਤਾ ਅਲੱਗ ਬ੍ਰਾਂਚ ਆਫ ਕਰ ਲਿਆ। ਉਹ ਇਸ ਤਰ੍ਹਾਂ ਹੁੰਦਾ ਹੀ ਆ, ਜਦੋਂ ਹੜ੍ਹ ਜ਼ਿਆਦਾ ਆਉਂਦਾ ਕਈ ਜਗ੍ਹਾ ਦੇ ਪਹਾੜੇ ਪੈ ਜਾਂਦੇ ਆ ਤੇ ਹੜ੍ਹ ਤੇ ਲੋਕਾਂ ਦੇ ਟਰੈਕਟਰਾਂ ਦਾ ਕਿਤੇ ਲਾ ਮਿਸਾਲ ਸੀਗਾ। 4-4 ਟਰੈਕਟਰ ਲੋਕਾਂ ਨੇ ਹਿਚਿੰਗ ਕੀਤੇ ਸੀ, ਟਰਾਲੀਆਂ 'ਚ ਭਰ ਕੇ ਟਰੱਕ, ਜਿਵੇਂ ਮੰਡੀ 'ਚ ਗਾਈਆਂ ਲੈ ਕੇ ਜਾਂਦੇ ਆ ਨਾ ਵੇਚਣ ਲਈ, ਮੱਝਾਂ ਗਾਈਆਂ, ਇੰਜ ਟਰੈਕਟਰ ਭਰੇ ਹੋਏ ਸੀ। ਇਹ ਜਿਹੜਾ ਹੜ੍ਹ ਸੀ ਲੋਕਾਂ ਦੇ ਜੋਸ਼ ਦਾ, ਉਹਦਾ ਥੋੜ੍ਹਾ ਬਹੁਤ ਸਪਿਲ ਓਵਰ ਉਹਦਾ ਜ਼ਰੂਰ ਹੋ ਜਾਂਦਾ ਆ, ਉਹ ਹੋਇਆ ਵੀ। ਹਾਂ, ਮੈਂ ਇਹ ਜਿਹੜਾ ਗੱਲ ਜ਼ਰੂਰ ਕਹੂੰਗਾ ਕਿ ਜੇ ਇਹ ਨਾ ਹੁੰਦਾ ਤੇ ਇਸ ਦਾ ਜਿਹੜਾ ਪ੍ਰਭਾਵ ਆ ਉਹ ਕਈ ਗੁਣਾ ਜ਼ਿਆਦਾ ਹੋਣਾ ਸੀ। ਹੁਣ ਜਿਹੜਾ ਅੱਜ ਇੱਕ ਪੈਰਲਲ ਲੋਕਾਂ ਨੇ, ਦੋ ਪੈਰਲਲ ਲੋਕ ਡਰਾ ਕਰ ਰਹੇ ਸੀ। ਇੱਕ ਬਲੈਕ ਲਾਈਵਜ਼ ਮੈਟਰ ਜਿਹੜੀ ਅਮਰੀਕਾ 'ਚ ਚੱਲੀ ਤੇ ਉਹਦੇ ਬਾਰੇ ਇਹ ਸੀ ਕਿ ਮੂਵਮੈਂਟ ਤੇ ਠੀਕ ਸੀ, ਬੜੀ ਪਾਪੂਲਰ ਬਣੀ, ਪਰ ਉਹਦੇ ਵਿੱਚ ਵਾਇਲੈਂਸ ਹੋਈ, ਜਗ੍ਹਾ ਜਗ੍ਹਾ ਤੋੜ ਭੰਨ ਜੇ ਉਹ ਹੋਈ ਉਹਦੇ 'ਚ। ਹਾਂ, ਕਈ ਜਗ੍ਹਾ ਗੋਲੀਆਂ ਵੀ ਚੱਲੀਆਂ, ਪਰ ਇਹ ਇੱਕ ਆਪਣੇ ਆਪ 'ਚ ਨਮੂਨਾ ਸੀ ਪੀਸਫੁਲ ਮੂਵਮੈਂਟ ਦਾ, ਜਿਹਦਾ ਬੜੀ ਲੰਬੀ ਦੇਰ ਤੱਕ ਬਿਲਕੁਲ ਪੀਸਫੁਲ ਰਹੀ ਹੈ। ਪਰ ਸਰਕਾਰ ਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਸੀਗਾ ਸ਼ਹਿਰੀ, ਜਿਸ ਕਰਕੇ ਉਹ ਕੋਈ ਨਾ ਕੋਈ ਆਨੇ ਬਹਾਨੇ ਕਦੀ ਲੇਬਲ ਕਰਕੇ, ਕਦੀ ਕੁਝ ਕਹਿ ਕੇ, ਕਦੀ ਲੋਕਾਂ ਨੂੰ ਲੜਾਉਣ ਦੀ SYL ਤੇ ਲੜਾਉਣ ਦੀ ਕੋਸ਼ਿਸ਼ ਕਰਕੇ, ਕਦੀ ਪਾਕਿਸਤਾਨੀ ਚੀਨੀ ਬੈਕਡ, ਕਦੀ ਸਿੱਖਸ ਫਾਰ ਜਸਟਿਸ, ਪੰਨੂ, ਸਾਰੀਆਂ ਗੱਲਾਂ ਦਾ ਜਦੋਂ ਫੇਲ ਹੋ ਗਈਆਂ ਤੇ ਇਹ ਵੀ ਲੋਕਾਂ ਦਾ ਕਹਿਣਾ ਤੇ ਸੋਚਣਾ ਇਹ ਹੈ ਕਿ ਉਸੇ ਹੀ ਇੱਕ ਐਫਰਟ ਦਾ ਹਿੱਸਾ ਆ ਕਿ ਜਿਹਦੇ ਵਿੱਚੋਂ ਕੁਝ ਲੋਕਾਂ ਨੂੰ ਇੱਧਰ ਉੱਧਰ ਕਰਵਾ ਕੇ ਜਾਂ ਏਜੰਸੀਆਂ ਵੱਲੋਂ ਜਾਂ ਆਪ ਕਿਸੇ ਤਰੀਕੇ ਨਾਲ, ਜਾਂ ਕੁਝ ਲੋਕ ਵੈਸੇ ਵੀ ਭੋਲੇ ਵੀ ਹੋ ਸਕਦੇ ਜਿਹੜੇ ਵਿੱਚ ਉਸ ਜੋਸ਼ 'ਚ ਸ਼ਾਮਲ ਹੋ ਗਏ। ਕੁੱਲ ਮਿਲਾ ਕੇ ਉਹਦਾ ਨਤੀਜਾ ਇਹ ਨਿਕਲਿਆ ਕਿ ਇਸ ਮੂਵਮੈਂਟ ਨੂੰ ਠੇਸ ਪਹੁੰਚਾਈ ਹੈ, ਇਸ ਮੂਵਮੈਂਟ ਨੂੰ ਕੋਈ ਫਾਇਦਾ ਨਹੀਂ ਹੋਇਆ ਜੋ ਫਾਇਦਾ ਜਿਸ ਪੱਧਰ ਤੇ ਹੋਣਾ ਸੀ। ਪਰ ਦੂਜੇ ਪਾਸੇ ਜੇ ਤੁਸੀਂ ਕਹੋ ਸ਼ਹਿਰੀ ਕਿ ਇਹ ਮੂਵਮੈਂਟ ਕਮਜ਼ੋਰ ਪੈ ਜੂਗੀ ਨਾ, ਥੋੜਾ ਇੱਕ ਹੋਰ ਮੈਨੂੰ ਜਿਹੜਾ ਖਤਰਾ ਅੱਜ ਵਾਲੀ ਜੋ ਹੋਇਆ ਲਾਲ ਕਿਲੇ ਤੇ ਹੋਇਆ, ਜੋ ਵੀ ਹੋਇਆ ਉਹ ਬੜਾ ਮੰਦਭਾਗਾ ਆ, ਉਹ ਨਹੀਂ ਸੀ, ਨਾ ਪਲੈਨਡ ਸੀ। ਔਰ ਇੱਥੋਂ ਤੱਕ ਕਿ ਜਿਸ ਇੱਕ ਯੂਨੀਅਨ ਦਾ ਨਾਂ, ਜਿਸ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਹਿੰਦੇ ਆ, ਕਈ ਲੀਡਰਾਂ ਵੱਲੋਂ ਉਹਦਾ ਵੀ ਨਾਂ ਲਿਆ ਜਾ ਰਿਹਾ ਕਿ ਉਹਨਾਂ ਨੇ ਵੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਆ। ਖੁਦ ਉਹਨਾਂ ਦੇ ਲੀਡਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੀਡਰ ਟੀਵੀਆਂ ਤੇ ਕਹਿੰਦੇ ਸੁਣੇ ਗਏ ਕਿ ਸਾਡਾ ਕੋਈ ਪਲਾਨ ਨਹੀਂ ਸੀ ਲਾਲ ਕਿਲੇ ਵੱਲ ਜਾਣ ਦਾ, ਇਹ ਕੌਣ ਚਲੇ ਗਏ, ਕਿਵੇਂ ਚਲੇ ਗਏ, ਹਾਂ ਕਿ ਇਹ ਅਸੀਂ ਇਹਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਨਾ ਅਸੀਂ ਇਹਦੇ ਹੱਕ ਵਿੱਚ। ਸੁਣ, ਇਹੋ ਜਿਹੀਆਂ ਗੱਲਾਂ ਹੋ ਸਕਦਾ ਉਹਨਾਂ ਦਾ ਰਿੰਗ ਰੋਡ ਤੱਕ ਜਾਣਾ ਹੋਵੇ ਤੇ ਲੋਕ ਅੱਗੇ ਚਲੇ ਗਏ ਹੋਣ ਜਾਂ ਲੈ ਗਏ ਹੋਣ,
ਪਰ ਇੱਕ ਮੈਂ ਤੁਹਾਨੂੰ ਇੱਥੇ ਗੱਲ ਤੁਹਾਡੇ ਨੋਟਿਸ 'ਚ ਆਉਣੀ ਚਾਹੀਦੀ ਹੈ, ਬੜੀ ਹੈਰਾਨੀ ਦੀ ਗੱਲ ਆ ਕਿ ਆਈਟੀਓ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉੱਥੋਂ ਜਦੋਂ ਟਰੈਕਟਰ ਜਾਂ ਲੋਕ ਜਿਹੜੇ ਅੱਗੇ ਵਧੇ ਤੇ ਅੱਗੇ ਜਦੋਂ ਲਾਲ ਕਿਲੇ 'ਚ ਗਏ ਆ, ਲਾਲ ਕਿਲਾ ਵੀ ਹੈ ਨਾ, ਉੱਥੇ ਉਹਨਾਂ ਨੂੰ ਕਿਸੇ ਨੇ ਰੋਕਿਆ ਹੀ ਨਹੀਂ, ਐਵੇਂ ਜਿਵੇਂ ਕਿਤੇ ਹਾਰ ਲੈ ਕੇ ਖੜੇ ਹੋਣ ਕੇ ਆ ਜਾਓ ਤੁਸੀਂ ਅੰਦਰ ਤੇ ਆਓ, ਅਸੀਂ ਤੁਹਾਡਾ ਸਵਾਗਤ ਕਰਦੇ। ਫਿਰ ਜਦੋਂ ਅੰਦਰ ਚਲੇ ਗਏ 200 ਲੋਕ 300 ਲੋਕ ਜਿੰਨੇ ਵੀ ਦਿਖਾਏ ਜਾ ਰਹੇ ਸੀ, ਲਗਾਤਾਰ ਲਾਈਵ ਦਿਖਾਇਆ ਜਾ ਰਿਹਾ ਸੀ, ਤੇ ਜਿਸ ਪੋਲ ਤੇ ਚੜ ਕੇ ਝੰਡਾ ਲਾਇਆ ਜਾ ਰਿਹਾ ਸੀ ਉਹ ਐਉਂ ਸੀ ਕਿ ਜਿਵੇਂ ਪ੍ਰਧਾਨ ਮੰਤਰੀ ਨੇ ਅੱਜ ਅਨਫਰਲ ਕਰਨਾ ਹੋਵੇ ਟਰਾਈ ਕਲਰ, ਹੈ ਨਾ, ਤੇ ਉਹਦੇ ਥੱਲੇ ਪੁਲਿਸ ਨੇ ਤਾੜੀ ਵਜਾਉਣੀ ਹੋਵੇ, ਇੰਜ ਮੂੰਹ ਕਰਕੇ ਤਾਂ ਨੂੰ ਖੜੇ ਸੀ। ਕਿਸੇ ਨੇ ਕੋਈ ਉਹਨਾਂ ਨੂੰ ਰੋਕਣ ਦੀ, ਅਸੀਂ ਖੁਦ ਦੇਖ ਰਹੇ ਸੀ, ਲਾਈਵ ਦੇਖ ਰਿਹਾ ਸੀ, ਕਿੰਨੇ ਦਿਨ ਕਿੰਨਾ ਘੰਟੇ, ਮਤਲਬ ਘੰਟਾ ਡੇਢ ਘੰਟਾ ਉਹ ਟਰਾਈ ਕਰਦੇ ਰਹੇ। ਕਦੀ ਉੱਪਰ ਜਾਂਦੇ ਸੀ, ਫਿਰ ਡਿੱਗ ਪਏ, ਨਹੀਂ ਸੀ ਉੱਪਰ ਚੜ ਜਾਂਦਾ, ਵਾਪਸ ਆ ਜਾਂਦੇ ਸੀ। 4-5 ਐਫਰਟ ਤੋਂ ਬਾਅਦ ਇੱਕ ਸਟਰੋਂਗ ਜਿਹੜਾ ਮਸਲਡ ਲੜਕਾ ਸੀ, ਹਲਕਾ ਸੀ ਥੋੜਾ, ਉਹਨੇ ਜਾ ਕੇ ਤੇ ਉਹ ਲਾਏ ਆ। ਇਹਦਾ ਮਤਲਬ ਉਹਨਾਂ ਨੂੰ ਕਿਸੇ ਨੇ ਰੋਕਿਆ ਹੀ ਨਹੀਂ। ਇਹਦੇ ਐਂ ਲੱਗਦਾ ਸੀ ਤੁਸੀਂ ਲਾਓ ਤੇ ਸਹੀ, ਅਸੀਂ ਫਿਰ ਤੁਹਾਡੀ ਸ਼ੋਈ ਲਾਵਾਂਗੇ, ਫਿਰ ਅਸੀਂ ਤੁਹਾਨੂੰ ਦੱਸਾਂਗੇ। ਇਸ ਕਿਸਮ ਦਾ ਉੱਥੇ ਮਾਹੌਲ ਕ੍ਰੀਏਟ ਹੋਇਆ ਜਿਹੜਾ ਬੜਾ ਹੀ ਅਫਸੋਸਜਨਕ ਹੈਗਾ। ਸਰਕਾਰਾਂ, ਤੁਹਾਨੂੰ ਪਤਾ, ਮੈਂ ਅੱਗੇ ਵੀ ਕਈ ਵਾਰੀ ਕਹਿ ਚੁੱਕਾ, ਮੇ ਡੇ ਜਿਹੜਾ ਸ਼ਿਕਾਗੋ ਦੇ ਵਿੱਚ ਮਨਾਇਆ ਗਿਆ ਸੀਗਾ, ਉਦੋਂ ਵੀ ਹੇ ਮਾਰਕੀਟ ਦੇ ਵਿੱਚ ਆਪ ਹੀ ਸਰਕਾਰ ਵੱਲੋਂ ਬੰਬ ਚਲਾ ਕੇ ਤੇ ਕੁਝ ਵਰਕਰ ਮਰ ਗਏ ਤੇ ਨਾਲੇ ਉਹਨਾਂ ਨੂੰ ਬਾਅਦ ਵਿੱਚ ਫਾਂਸੀਆਂ ਹੋਈਆਂ। ਇਸੇ ਕਰਕੇ ਲਹੂ ਲਹਾਨ ਹੋਇਆ ਸੀ। ਉਹ ਜਿਹੜੀ ਸਟ੍ਰਾਈਕ ਸੀ, ਬੜੀ ਲਾਮਿਸਾਲ ਸਟ੍ਰਾਈਕ ਸੀਗੀ, 8 ਘੰਟੇ ਦੇ ਦਿਨ ਲਈ ਹੋ ਰਹੀ ਸੀ। ਉਸੇ ਤਰੀਕੇ ਨਾਲ ਇੰਜ ਸਰਕਾਰਾਂ, ਅੱਜ ਨਹੀਂ ਪੁਰਾਣੀ ਹਿਸਟਰੀ ਆ ਕਿ ਉਹ ਇੰਜ ਵਿੱਚ ਆਪਣੇ ਕੁਝ ਬੰਦੇ ਪਾ ਕੇ ਜਾਂ ਉਤਸ਼ਾਹਿਤ ਕਰਕੇ ਜਾਂ ਉੱਥੋਂ ਰੱਸੀਆਂ ਪਿੱਛੋਂ ਖਿੱਚ ਕੇ ਇਹੋ ਜਿਹਾ ਕੰਮ ਹੋ ਜਾਂਦਾ ਆ। ਪਰ ਦੂਜੀ ਗੱਲ ਮੈਂ ਲਾਸਟ 'ਚ ਗੱਲ ਕਹੂੰਗਾ, ਫਿਰ ਅਗਲਾ ਤੁਹਾਡਾ ਸਵਾਲ ਲਾਂਗੇ। ਇਹ ਮੂਵਮੈਂਟ ਦਾ ਘੇਰਾ ਤੇ ਉਹਦੇ ਨਾਲ ਜੁੜੇ ਹੋਏ ਲੋਕੀ ਇੰਨੇ ਜ਼ਿਆਦਾ, ਉਹਨਾਂ ਦਾ ਨੰਬਰ ਤੇ ਵਿਸ਼ਾਲ ਆ। ਇਹ ਛੋਟਾ ਜਿਹਾ ਇੱਕ ਵੱਡੇ ਸਮੁੰਦਰ 'ਚ ਨਿੱਕੀ ਜਿਹੀ ਢੇਮ ਮਾਰਨਾ, ਨਿੱਕਾ ਜਿਹਾ ਕੋਈ ਪੱਥਰ ਸੁੱਟਣ ਦੇ ਨਾਲ ਉਸ ਦੀ ਜਿਹੜੀ ਆਪਣੀ ਤਾਕਤ ਆ, ਉਸ ਨੂੰ ਨਾ ਬਖੇੜਿਆ ਜਾ ਸਕਦਾ, ਨਾ ਉਸ ਨੂੰ ਕਿਸੇ ਕਿਸਮ ਨਾਲ ਮੋੜਿਆ ਤੇ ਰੀਡਾਇਰੈਕਟ ਕੀਤਾ ਜਾ ਸਕਦਾ। ਉਹ ਆਪਣੇ ਮੋਮੈਂਟਮ ਤੇ ਆਪਣੀ ਡਾਇਰੈਕਸ਼ਨ 'ਚ ਲਗਾਤਾਰ ਚੱਲ ਰਹੀ ਹੈ। ਹਾਂ, ਜਿਹੜਾ ਮੈਨੂੰ ਥੋੜਾ ਖਤਰਾ ਲੱਗਦਾ, ਜਿਹੜਾ ਕਿ ਬਿਲਕੁਲ ਕਿਸਾਨ ਵੀਰਾਂ ਨੂੰ ਧਿਆਨ ਰੱਖਣਾ ਚਾਹੀਦਾ, ਉਹ ਇਹ ਹੈ ਕਿ ਵਿੱਚੋਂ ਕੁਝ ਲੀਡਰਾਂ ਨੂੰ ਅੱਜ ਸ਼ਾਮੀ ਮੈਂ ਇਹ ਸੁਣਿਆ ਕਿ ਦੇਖੋ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਨੂੰ ਜਾਣੀ ਅਕਿਊਜ਼ ਕਰਦੇ ਸੁਣਿਆ। ਮੇਰਾ ਖਿਆਲ ਹੈ ਕਿ ਜੇ ਦੇਖੋ ਅੱਗੇ ਵੀ ਇਹੋ ਜਿਹੀਆਂ ਛੋਟੇ ਸਾਡੀਆਂ ਕਈਆਂ ਕਿਸਾਨ ਯੂਨੀਅਨਾਂ ਕੋਲੋਂ ਨਿੱਕੀਆਂ ਮੋਟੀਆਂ ਗਲਤੀਆਂ ਹੋਈਆਂ, ਤੇ ਜੇ ਕੋਈ ਇਹੋ ਜਿਹੀ ਗਲਤੀ ਹੁਣ ਵੀ ਹੁੰਦੀ ਹੈਗੀ ਤਾਂ ਉਹਨਾਂ ਨੂੰ ਘਰੇ ਬਹਿ ਕੇ ਸਮਝਾ ਲੈਣਾ ਚਾਹੀਦਾ। ਅਲੱਗ ਥਲੱਗ ਬਿਲਕੁਲ ਨਹੀਂ ਕਰਨਾ ਚਾਹੀਦਾ, ਉਹਦੇ ਨਾਲ ਕਮਜ਼ੋਰੀ ਹੋਊਗੀ। ਅੱਜ ਮੈਂ ਅਲੱਗ-ਅਲੱਗ ਕਿਸਮ ਦੇ ਕੁਝ ਚੈਨਲਾਂ ਤੇ ਬਿਆਨ ਦੇਖ ਰਿਹਾ ਹਾਂ। ਮੇਰਾ ਖਿਆਲ ਹੈ ਕਿ ਇਹ ਘਰੇ ਬਹਿ ਕੇ ਘਰ ਦਾ ਕੰਮ ਘਰੇ ਹੀ ਜਿਹੜਾ ਉਸ ਨੂੰ ਸੁਲਝਾ ਲੈਣਾ ਚਾਹੀਦਾ। ਤੇ ਪਹਿਲੇ ਵਾਂਗੂ ਹੀ ਕੋਈ ਵੀ 19-21 ਸਾਰੇ ਰਹਿਣਗੇ, ਘਰ 'ਚ ਵੀ ਸਾਰੇ ਜੀ ਇੱਕੋ ਜਿਹੇ ਨਹੀਂ ਹੁੰਦੇ, ਤੇ ਐਡੇ ਵੱਡੇ ਇਕੱਠ ਨੂੰ ਤੇ ਚਲਾਉਣਾ ਬੜਾ ਵੱਡੀ ਉਹਨਾਂ ਦੀ ਕਾਮਯਾਬੀ ਦੀ ਨਿਸ਼ਾਨੀ ਆ। ਉਹਨਾਂ ਦੀ ਬਹੁਤ ਬਹਿਜਾ ਵਾਹਵਾਹੀ ਹੋ ਰਹੀ ਹੈ ਸਾਰੀ ਦੁਨੀਆ 'ਚ, ਉਸ ਨੂੰ ਅਪ ਹੋਲਡ ਕਰਕੇ ਰੱਖਣਾ ਚਾਹੀਦਾ। ਸ਼ਹਿਰੀ ਬਿਲਕੁਲ ਰਾਜੇਸ਼ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਕੁਝ ਹਿੰਸਕ ਘਟਨਾਵਾਂ ਜਿਸ ਤਰੀਕੇ ਨਾਲ ਅੱਜ ਹੋਈਆਂ ਨੇ, ਕੁਝ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ, ਸਪੈਸ਼ਲੀ ਟਵਿੱਟਰ ਦੇ ਉੱਤੇ ਜਿਹੜੀ ਹੈ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਪੁਲਿਸ ਦੀ ਗੋਲੀ ਦੇ ਨਾਲ ਹੈ ਜਿਹੜੀ ਕੁਝ ਨੌਜਵਾਨਾਂ ਨੂੰ ਲੱਗੀ ਹੈ। ਹਾਲਾਂਕਿ ਉਸ ਦੇ ਉੱਤੇ ਇਹ ਵੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਟਰੈਕਟਰ ਪਲਟਿਆ ਤੇ ਉਸ ਨੌਜਵਾਨ ਦੀ ਮੌਤ ਹੋਈ ਹੈ। ਪੂਰੀ ਜਾਣਕਾਰੀ ਕੀ ਹੈ ਇਸ ਖਬਰ ਦੀ, ਸਹੀ ਖਬਰ ਕੀ ਹੈ? ਦੇਖੋ, ਇਹ ਚੀਜ਼ ਜਿਹੜੀ ਹਜੇ ਕਿਸਾਨ ਆਗੂਆਂ ਨੂੰ ਵੀ ਹਜੇ ਇਹ ਗੱਲ ਕਲੀਅਰ ਨਹੀਂ ਹੋਈ। ਹਜੇ ਤੇ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਇੱਕ ਕੋਈ ਆਈ ਵਿਟਨੈਸ ਦੱਸਿਆ ਜਾ ਰਿਹਾ ਹੈ ਕਿ ਜਿਸਨੇ ਦੇਖਿਆ ਕਿ ਗੋਲੀ ਚਲਾਈ ਹੈ ਤੇ ਇੱਕ ਨਵਨੀਤ ਸਿੰਘ ਨਾਂ ਦੇ ਨੌਜਵਾਨ ਨੂੰ ਗੋਲੀ ਲੱਗੀ ਹੈ ਔਰ ਉਸਦੀ ਮੌਤ ਹੋ ਗਈ, ਇਹ ਦੱਸਿਆ ਜਾ ਰਿਹਾ। ਉਸ ਤੋਂ ਬਾਅਦ ਲਾਲ ਕਿਲੇ 'ਚ ਐਂਬੂਲੈਂਸ ਜਿਹੜੀਆਂ ਨਿਕਲਦੀਆਂ ਵੀ ਵਿਖਾਈਆਂ ਗਈਆਂ ਕਿ ਉਹ ਜਿਹੜੀ ਮੀਡੀਆ ਦੇ ਵਿੱਚ ਆ ਰਹੀ ਸੀ। ਉਸ ਤੋਂ ਥੋੜੀ ਦੇਰ ਬਾਅਦ ਦਿੱਲੀ ਦੇ ਪੁਲਿਸ ਕਮਿਸ਼ਨਰ ਦਾ ਬਿਆਨ ਆਉਂਦਾ ਹੈ ਕਿ ਕਿਸੇ ਵੀ ਨੌਜਵਾਨ ਦੀ ਮੌਤ ਪੁਲਿਸ ਦੀ ਗੋਲੀ ਨਾਲ ਨਹੀਂ ਹੋਈ। ਇੱਕ ਬਕਾਇਦਾ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ। ਵੀਡੀਓ ਦੇ ਵਿੱਚ ਇੱਕ ਟਰੈਕਟਰ ਜਿਹੜਾ ਹੈ ਉਹ ਇੱਕ ਬੈਰੀਕੇਡ ਨਾਲ ਟਕਰਾਉਂਦਾ ਹੈ, ਬੈਰੀਕੇਡ ਨਾਲ ਟਰੈਕਟਰ ਟਕਰਾਉਂਦਾ ਹੈ, ਪਲਟ ਜਾਂਦਾ ਹੈ ਔਰ ਬਹੁਤ ਬੁਰੀ ਤਰ੍ਹਾਂ ਲੋਟਨੀਆਂ ਖਾ ਕੇ ਪਲਟਦਾ ਹੈ। ਪੁਲਿਸ ਦਾ ਦਾਅਵਾ ਇਹ ਹੈ ਕਿ ਇਹ ਜਿਹੜਾ ਸ਼ਖਸ ਜਿਸ ਦੀ ਮੌਤ ਹੋਈ ਹੈ, ਇਹ ਟਰੈਕਟਰ ਪਲਟਣ ਨਾਲ ਆਪਣੇ ਆਪ ਮੌਤ ਹੋਈ, ਪੁਲਿਸ ਦੀ ਗੋਲੀ ਨਾਲ ਮੌਤ ਨਹੀਂ ਹੋਈ। ਹਾਲੇ ਤੱਕ ਕਿਸੇ ਨੂੰ ਵੀ ਇਹ ਸਾਫ਼ ਨਹੀਂ ਕੀਤਾ ਗਿਆ ਹੈ ਕਿ ਇਹ ਜਿਹੜੇ ਕਿਸਾਨ ਆਗੂ ਵੀ ਜਿਹੜੇ ਬਿਆਨਾਂ ਦੇ ਰਹੇ ਸੀ, ਜਿਹੜੇ ਨੌਜਵਾਨ ਉੱਥੋਂ ਲਾਈਵ ਹੋ ਕੇ ਕਹਿ ਰਹੇ ਸੀਗੇ, ਉਹਨਾਂ ਨੂੰ ਇਹ ਕਲੀਅਰ ਨਹੀਂ ਸੀਗਾ ਕਿ ਵਾਕਿਆ ਹੀ ਗੋਲੀ ਵੱਜਣ ਨਾਲ ਕੋਈ ਮੌਤ ਹੋਈ ਹੈ ਜਾਂ ਨਹੀਂ ਹੋਈ। ਅਜੇ ਇਸ ਦੇ ਬਾਰੇ ਕੋਈ ਕਲੀਅਰ ਜਾਣਕਾਰੀ ਜਿਹੜੀ ਉਹ ਨਹੀਂ ਮਿਲ ਪਾਈ, ਜਦਕਿ ਪੁਲਿਸ ਦਾ ਬਿਆਨ ਜਿਹੜਾ ਇਸ ਬਾਰੇ ਆ ਚੁੱਕਾ ਹੈ
ਕਿ ਹੋ ਸਕਦਾ ਪੁਲਿਸ ਕੋਲ ਇਹ ਗੱਲ ਤਾਂ ਜ਼ਰੂਰ ਪਹੁੰਚੀ ਹੋਏਗੀ ਕਿ ਇੱਕ ਦੋਸ਼ ਲੱਗ ਰਿਹਾ ਕਿ ਨੌਜਵਾਨ ਦੀ ਜਿਹੜੀ ਮੌਤ ਹੈ ਉਹ ਗੋਲੀ ਲੱਗਣ ਨਾਲ ਹੋਈ, ਇਸੇ ਕਰਕੇ ਪੁਲਿਸ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਨਾਲ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਦੇ ਵਿੱਚ ਟਰੈਕਟਰ ਇੱਕ ਬੈਰੀਕੇਡ ਨਾਲ ਆ ਕੇ ਟਕਰਾ ਰਿਹਾ। ਉਹ ਤੇ ਨਹੀਂ ਨਜ਼ਰ ਆ ਰਿਹਾ ਕਿ ਉਹ ਚ ਕੌਣ ਸੀਗਾ ਜਾਂ ਕੋਈ ਸ਼ਕਲ ਨਜ਼ਰ ਆ ਰਹੀ ਹੈ, ਨਹੀਂ ਆ ਰਹੀ, ਪਰ ਇਹ ਹੈ ਕਿ ਇੱਕ ਟਰੈਕਟਰ ਜਿਹੜਾ ਉਹ ਜ਼ਰੂਰ ਆ ਕੇ ਟਕਰਾਇਆ ਹੈ ਤੇ ਉਸ ਤੋਂ ਬਾਅਦ ਉਹ ਟਰੈਕਟਰ ਇੰਨੀ ਬੁਰੀ ਤਰ੍ਹਾਂ ਨਾਲ ਡਿੱਗਾ ਦਿਖਾਇਆ ਹੈ ਕਿ ਹੋ ਸਕਦਾ ਹੈ ਕਿ ਉਸਦੇ ਉੱਤੇ ਉਸ ਤੋਂ ਕਿਸੇ ਦੀ ਮੌਤ ਹੋਈ ਵੀ ਹੋਏ, ਪਰ ਇਹਦੇ ਬਾਰੇ ਕਲੀਅਰ ਅਜੇ ਕੁਝ ਨਹੀਂ ਜੀ। ਸ਼ਹਿਰੀ ਮੈਂ ਇੱਥੇ ਗੱਲ ਐਡ ਕਰਨੀ ਚਾਹੂੰਗਾ ਕਿ ਬਿਲਕੁਲ ਇਹ ਵੀ ਗੱਲ ਚਲਾਈ ਜਾਂਦੀ ਹੈ ਕਿ ਹੋ ਸਕਦਾ ਗੋਲੀ ਲੱਗੀ ਹੋਵੇ, ਫਿਰ ਟਰੈਕਟਰ ਦਾ ਆਊਟ ਆਫ ਕੰਟਰੋਲ ਹੋ ਗਿਆ ਜੇ ਉਹ, ਇਹ ਉਹਦੇ ਤੋਂ ਵੀਡੀਓ ਤਾਂ ਬਹੁਤ ਕਲੀਅਰ ਨਹੀਂ ਹੈ, ਸਾਰਿਆਂ ਨੇ ਦੇਖੀ ਹੈ, ਪਰ ਸਾਨੂੰ ਮਤਲਬ ਬਹੁਤ ਹੀ ਸੰਜਮ ਦੇ ਨਾਲ ਸੋਚ ਸਮਝ ਕੇ, ਹਾਂਜੀ ਸੋਚ ਸਮਝ ਕੇ ਧੀਰਜ ਦੇ ਨਾਲ ਇਹੋ ਜਿਹੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ, ਕਿਉਂਕਿ ਮੌਤ ਤੇ ਹੋ ਗਈ ਹੈ, ਉਹਦਾ ਸਾਨੂੰ ਦੁੱਖ ਵੀ ਹੈ, ਉਹਨਾਂ ਦੇ ਮਾਂ-ਬਾਪ ਨੂੰ ਇੰਨਾ ਦੁੱਖ ਹੋਊਗਾ। ਅਸੀਂ ਉਸ ਦੇ ਉੱਤੇ ਕਿਸੇ ਵੀ ਇਹਦੋਂ ਪਹਿਲਾਂ ਕਿ ਕੋਈ ਕੰਟਰੋਵਰਸੀ ਜਾਂ ਪੋਲਿਟਿਕਸ ਹੋਏ ਸਾਨੂੰ 100 ਵਾਰੀ ਸੋਚ ਕੇ ਗੱਲ ਕਰਨੀ ਚਾਹੀਦੀ। ਮੈਂ ਇੱਥੇ ਇਹੀ ਗੱਲ ਕਹਿਣੀ ਚਾਹੂੰਗਾ ਕਿ ਇੱਕ ਇਹ ਵੀ ਮੈਂ ਟੀਵੀ ਤੇ ਕਹਿੰਦੇ ਕਿਸੇ ਨੂੰ ਸੁਣਿਆ ਜੀ, ਇੱਕ ਨਿਹੰਗ ਦੇ ਪੁਲਿਸ ਨੇ ਡੰਡਾ ਮਾਰਿਆ ਨਿਹੰਗ ਸਿੰਘ ਦੇ, ਉੱਥੇ ਗਏ ਹੋਏ ਸੀ, ਦੇਖ ਰਹੇ ਸੀਗੇ ਟੀਵੀ ਦੇ ਉੱਤੇ ਸਕਰੀਨ ਦੇ ਕਿ ਕਿੰਨੇ ਨਿਹੰਗ ਸਾਹਿਬ ਉੱਥੇ ਗੱਤਕੇ ਖੇਡ ਲਈ, ਬਥੇਰਾ ਕੁਝ ਹੋ ਰਿਹਾ ਸੀ, ਤਾਂ ਉਸ ਨੇ ਡੰਡਾ ਮਾਰਿਆ, ਇਹਨੂੰ ਵੇਖ ਕੇ ਨਿਹੰਗ ਸਿੰਘ ਨੂੰ ਗੁੱਸਾ ਆਇਆ, ਉਹਨੇ ਤਲਵਾਰ ਕੱਢ ਲਈ, ਤਾਂ ਪੁਲਿਸ ਵਾਲੇ ਨੇ ਉਹਨੂੰ ਇਹਦੋਂ ਪਹਿਲਾਂ ਕਿ ਤਲਵਾਰ ਨਾਲ ਵਾਰ ਕਰਦਾ ਗੋਲੀ ਮਾਰਤੀ। ਹੁਣ ਇਹ ਗੱਲ ਕਿਤੇ ਹੈ ਨਹੀਂ, ਬਿਲਕੁਲ ਇਹ ਮਤਲਬ ਮੈਂ ਆਪ ਸੁਣੀ ਹੈ, ਪਰ ਅਸਲੀਅਤ ਵਿੱਚ ਕਿਸੇ ਨਿਹੰਗ ਸਿੰਘ ਦੀ ਕੋਈ ਡੈਥ ਦਾ ਅਜੇ ਕੋਈ ਪੁਸ਼ਟੀ ਜਾਂ ਕਿਤੇ ਨਹੀਂ, ਸਿਰਫ ਇੱਕੋ ਡੈਥ ਉਹ ਟਰੈਕਟਰ ਵਾਲੇ ਨੌਜਵਾਨ ਦੀ ਹੋਈ ਦੀ ਪੁਸ਼ਟੀ ਹੋਈ ਹੈ। ਇਸ ਕਰਕੇ ਮੈਂ ਕਹਿੰਦਾ ਕਿ ਜਿੰਨੀਆਂ ਵੀ ਗੱਲਾਂ ਸੋਸ਼ਲ ਮੀਡੀਆ ਜਾਂ ਹੋਰ ਇੱਧਰ ਉੱਧਰ ਚੱਲਦੀਆਂ ਆ, ਸਾਨੂੰ ਸੁਣਨ ਤੋਂ ਬਾਅਦ ਤੁਰੰਤ ਵਿਸ਼ਵਾਸ ਨਹੀਂ ਕਰ ਲੈਣਾ ਚਾਹੀਦਾ, ਕੁਝ ਦੇਰ ਇੰਤਜ਼ਾਰ ਵੀ ਕਰਨੀ ਚਾਹੀਦੀ। ਠੀਕ ਹੈ ਪ੍ਰੋਫੈਸਰ ਸਾਹਿਬ, ਹੁਣੇ ਜਦੋਂ ਥੋੜੀ ਦੇਰ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਤਾਂ ਤੁਸੀਂ ਕਹਿ ਰਹੇ ਸੀਗੇ ਵੀ ਜਿਹੜੀ ਤਸਵੀਰ ਐਡੀ ਵੀ ਭਿਆਨਕ ਨਹੀਂ ਹੋਈ ਜਾਂ ਕੋਈ ਜ਼ਿਆਦਾ ਢਾਹ ਨਹੀਂ ਲੱਗੀ, ਠੀਕ ਹੈ, ਥੋੜਾ ਬਹੁਤ ਇੱਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ। ਇਹ ਵਾਕਈ ਅਸੀਂ ਮੰਨਦੇ ਹਾਂ ਕਿ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਸੀ ਉਦੋਂ ਤੋਂ ਵੀ ਇਸ ਤਰੀਕੇ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਨਿਕਲ ਕੇ ਕਿ ਕਈ ਵਾਰੀ ਅੰਦੋਲਨ ਦੇ ਵਿੱਚ ਜਾਂ ਤਾਂ ਕਈ ਵਾਰੀ ਕੁਝ ਆਗੂ ਨਾਰਾਜ਼ ਹੋ ਗਏ, ਕਈਆਂ ਦੇ ਉੱਤੇ ਕਿਸੇ ਤਰੀਕੇ ਦੇ ਇਲਜ਼ਾਮ ਲੱਗ ਗਏ, ਤਾਂ ਜਿਹੜੇ ਉਹ ਡੈਮੇਜ ਵੀ ਹੋ ਰਹੇ ਸੀ ਉਹਨਾਂ ਨੂੰ ਰਹਿੰਦੇ ਸਮੇਂ ਦੇ ਵਿੱਚ ਹੀ ਜਲਦੀ ਤੋਂ ਜਲਦੀ ਕੰਟਰੋਲ ਕਰ ਲਿਆ ਗਿਆ। ਆਪਸੀ ਸਹਿਮਤੀ ਦੇ ਨਾਲ ਗੱਲਬਾਤ ਕਰਕੇ ਉਸ ਜਿਹੜੀ ਥੋੜੀ ਬਹੁਤ ਕੰਟਰੋਵਰਸੀ ਨਿਕਲਦੀ ਸੀ ਉਹਨੂੰ ਸਮੇਟ ਲਿਆ ਜਾਂਦਾ ਸੀ। ਅੱਜ ਦੇ ਦਿਨ ਦੀ ਜਿਹੜੀ ਇੱਕ ਕੰਟਰੋਵਰਸੀ ਕਹਿ ਸਕਦੇ ਹਾਂ, ਜਦੋਂ ਅਸੀਂ ਸੋਸ਼ਲ ਮੀਡੀਆ ਦਾ ਪੇਜ ਖੋਲ੍ਹਦੇ ਹਾਂ ਜਾਂ ਫਿਰ ਅਸੀਂ ਚੈਨਲਸ ਦੇ ਉੱਤੇ ਦਿਖਾਈ ਜੋ ਵੀ ਤਸਵੀਰਾਂ ਦੇ ਰਹੀਆਂ ਨੇ, ਇੱਕ ਕਹਿ ਸਕਦੇ ਹਾਂ ਕਿ ਨੈਸ਼ਨਲ ਮੀਡੀਆ ਦੀ ਤਸਵੀਰ ਜਿਹੜੀ ਹੈ, ਨੈਸ਼ਨਲ ਮੀਡੀਆ ਤਾਂ ਇਹ ਕਹਿਣਾ ਹੈ, ਇਹ ਵੀ ਖਬਰ ਇੱਕ ਹੁਣ ਤੱਕ ਬਣ ਚੁੱਕੀ ਹੈ ਕਿ ਜਿਹੜਾ ਤਿਰੰਗਾ ਝੰਡਾ ਸੀ ਉਹਨੂੰ ਪਿੱਛੇ ਕਰਕੇ ਕੇਸਰੀ ਝੰਡਾ ਜਿਹੜਾ ਉਹ ਲਹਿਰਾ ਦਿੱਤਾ ਗਿਆ। ਸੋ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ। ਕੁਝ ਇਸ ਤਰ੍ਹਾਂ ਦੀ ਮੈਂ ਅੱਜ ਸਵੇਰੇ ਜਦੋਂ ਟੀਵੀ ਔਨ ਕੀਤਾ ਤਾਂ ਨੈਸ਼ਨਲ ਮੀਡੀਆ ਦੇ ਉੱਤੇ ਇਸ ਤਰੀਕੇ ਦੀਆਂ ਖਬਰਾਂ ਜਿਹੜੀਆਂ ਨੇ ਚੱਲ ਰਹੀਆਂ ਸੀ ਕਿ ਬੜੀ ਸ਼ਰਮਨਾਕ ਗੱਲ ਹੈ, ਜਦਕਿ ਕਿਸਾਨ ਜਥੇਬੰਦੀਆਂ ਨੇ, ਕਿਸਾਨ ਆਗੂਆਂ ਨੇ ਔਰ ਜਿਹੜੇ ਨੌਜਵਾਨ ਆਗੂ ਉੱਥੇ ਪਹੁੰਚੇ ਸੀਗੇ ਜਿਨ੍ਹਾਂ ਨੇ ਇਹ ਕੇਸਰੀ ਝੰਡਾ ਉੱਥੇ ਲਾਇਆ, ਉਹ ਖੁਦ ਲਾਈਵ ਹੋ ਕੇ ਇਹ ਗੱਲ ਬਾਰ-ਬਾਰ ਕਹਿ ਰਹੇ ਨੇ ਕਿ ਉਹਨਾਂ ਨੇ ਤਿਰੰਗੇ ਝੰਡੇ ਨੂੰ ਪਿੱਛੇ ਨਹੀਂ ਕੀਤਾ, ਜਦਕਿ ਉਹ ਖਾਲੀ ਡੰਡਾ ਸੀ ਜਿੱਥੇ ਉਹਨਾਂ ਨੇ ਆਪਣਾ ਜਿਹੜਾ ਕੇਸਰੀ ਝੰਡਾ ਲਗਾਇਆ। ਸੋ ਹੁਣ ਜਦੋਂ ਇਸ ਤਰੀਕੇ ਦੀਆਂ ਖਬਰਾਂ ਜਦੋਂ ਇਸ ਤਰੀਕੇ ਦੀਆਂ ਪ੍ਰੋਫੈਸਰ ਸਾਹਿਬ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਉਹ ਕਿੰਨਾ ਕੁ ਇਸ ਅੰਦੋਲਨ ਦੇ ਉੱਤੇ ਫਰਕ ਪਾ ਸਕਦੀਆਂ ਨੇ? ਨਹੀਂ ਦੇਖੋ, ਇਹ ਤਾਂ ਪ੍ਰੋਪੇਗੈਂਡਾ ਆ, ਜਿਹੜਾ ਕੁਛ ਇੱਕ ਸੈਕਸ਼ਨ ਹੈਗਾ ਆ ਖਾਸ ਕਰ ਰੂਲਿੰਗ ਪਾਰਟੀ ਦਾ, ਜਿਨ੍ਹਾਂ ਦਾ ਕੰਮੇ ਹੀ ਝੂਠ ਦਾ ਫੈਲਾਉਣਾ, ਮਸ਼ੀਨ ਹੈ ਝੂਠ ਦੀ ਲਾਈ ਹੋਈ, ਦਬੜਾ ਦੜ ਉਸੇ ਵੇਲੇ ਚੱਲ ਪੈਂਦੀ ਹੈ, ਔਰ ਉਹ ਜਦੋਂ ਚੱਲਦੀ ਹੈ ਤੇ ਗੋਬਲਸ ਵੀ ਲੋਕ ਭੁੱਲ ਜਾਂਦੇ ਆ, ਬਹੁਤ ਛੋਟਾ ਲੱਗਦਾ ਜਿਹੜਾ ਹਿਟਲਰ ਦਾ ਪ੍ਰੋਪੇਗੈਂਡਾ ਸੈਕਟਰੀ ਸੀਗਾ। ਇਸ ਲਈ ਇਹ ਜਿਹੜੀ ਤੁਸੀਂ ਗੱਲ ਕਹਿੰਦੇ ਬਿਲਕੁਲ ਸਾਨੂੰ ਧਿਆਨ ਨਾਲ ਇਹਨਾਂ ਗੱਲਾਂ ਦੇ ਵਿੱਚ ਆਉਣਾ ਚਾਹੀਦਾ ਹੈ। ਅਸੀਂ ਤੇ ਖੁਦ ਅੱਖਾਂ ਦੇ ਸਾਹਮਣੇ ਦੇਖਿਆ ਕਿੰਨੀ ਵਾਰੀ ਤੇ ਉਹ ਜਿਹੜੀ ਫਲੈਗ ਪੋਸਟ ਆ ਉਹਦੇ ਤੇ ਬੱਚੇ ਚੜੇ ਆ, ਦੋ ਵੀ ਇਕੱਠੇ ਚੜ੍ਹਦੇ ਸੀ, ਤੇ ਉਹ ਤੇ ਬਿਲਕੁਲ ਥੋੜਾ ਜਿਹਾ ਮਤਲਬ ਤੁਹਾਨੂੰ ਇਉਂ ਲੱਗਦਾ ਕਿ ਜਿਸ ਤਰ੍ਹਾਂ ਆਰਮੀ ਵਾਲੇ ਚੜਾ ਕੇ ਦੇਖਦੇ ਆ ਨਾ ਕਿਸੇ ਖੰਭਿਆਂ ਤੇ ਫਿਰ ਉਹਨਾਂ ਦੀ ਤਾਕਤ ਨਾਪ ਕੇ ਤੇ ਫਿਰ ਉਹਨਾਂ ਨੂੰ ਭਰਤੀ ਦਾ ਸਰਟੀਫਿਕੇਟ ਮਿਲਦਾ, ਕਰਨਾ ਜਾਂ ਨਹੀਂ ਕਰਨਾ ਜਾਂ ਰਿਜੈਕਸ਼ਨ ਦਾ ਸਿਲੈਕਸ਼ਨ ਹੁੰਦੀ ਹੈ, ਉਹ ਉਸ ਕਿਸਮ ਦੀ ਐਕਸਰਸਾਈਜ਼ ਵੀ ਤੁਹਾਡੀ ਮਸਲ ਪਾਵਰ ਦੀ, ਬੜਾ ਸਿੱਧਾ ਪੋਸਟ ਆ ਤੇ ਉੱਤੇ ਚੜ੍ਹਨਾ, ਤੇ ਉਹ ਤੋਂ ਖਾਲੀ ਸੀਗਾ ਤੇ ਸਾਰਿਆਂ ਨੂੰ ਦਿਖਦਾ, ਤੇ ਪਬਲਿਕ ਵਿਊ ਦੀ ਕੋਈ ਵੀ ਬਿਲਕੁਲ ਜਿਹੜਾ ਸਧਾਰਨ ਤੋਂ ਸਧਾਰਨ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ, ਰਿਕਸ਼ੇ ਵਾਲਾ ਜਾਂ ਜਿਹਨੂੰ ਕੋਈ ਤੇ ਇਹਨਾਂ ਚੀਜ਼ਾਂ ਦਾ ਬਹੁਤਾ ਦਿਲਚਸਪੀ ਨਾ ਵੀ ਹੋਵੇ, ਉਹ ਵੀ ਦੇਖ ਕੇ ਵੈਰੀਫਾਈ ਕਰ ਸਕਦਾ। ਇਸ ਤਰ੍ਹਾਂ ਇਹ ਪ੍ਰਚਾਰ ਕਰਨਾ ਕਿ ਤਿਰੰਗੇ ਨੂੰ ਫਾੜ ਕੇ ਇੰਜ ਕੀਤਾ, ਬਿਲਕੁਲ ਨਹੀਂ ਇਹੋ ਜਿਹੀ ਗੱਲ। ਰਾਦਰ
ਕਿੰਨੀ ਜਗ੍ਹਾ ਉਹਨਾਂ ਟਰੈਕਟਰਾਂ ਤੇ ਵੀ ਤੇ ਹੱਥਾਂ 'ਚ ਵੀ ਉਸੇ ਜਗ੍ਹਾ ਤੇ ਫੜੇ ਤਿਰੰਗੇ ਨੂੰ ਲਹਿਰਾਇਆ ਜਾ ਰਿਹਾ ਸੀ, ਦਿਖਾਇਆ ਜਾ ਰਿਹਾ ਸੀ ਕਿ ਸਾਡੇ ਤੇ ਇਹ ਲੇਬਲ ਨਾ ਲੱਗ ਜੇ ਕਿ ਅਸੀਂ ਐਂਟੀ ਨੈਸ਼ਨਲ ਹੈਗੇ ਆ, ਅਸੀਂ ਦੇਸ਼ ਦੇ ਜਿਹੜੀ ਅੱਜ ਦਾ 26 ਤਰੀਕ ਦਾ ਰਿਪਬਲਿਕ ਡੇ ਆ, ਸਾਡੀ ਕੋਈ ਉਹਨਾਂ ਨਾਲ ਵਿਰੋਧਤਾ ਜਾਂ ਅਸੀਂ ਉਹਨਾਂ ਤੋਂ ਅਲੱਗ ਨਹੀਂ ਹੈ, ਨਾ ਨਾਰਾਜ਼ ਹੈਗੇ ਆ, ਅਸੀਂ ਤੇ ਆਪਣਾ ਦੁੱਖ ਰੋਣ ਆਏ ਆ। ਇਸੇ ਕਰਕੇ ਉਹਨਾਂ ਨੇ 2 ਝੰਡੇ ਉਸ ਪੋਸਟ ਤੇ ਲਾਏ, ਇੱਕ ਕਿਸਾਨਾਂ ਦਾ ਔਰ ਇੱਕ ਜਿਹੜਾ ਸਿੱਖ ਸਿੰਬਲ ਆਮ ਕਰਕੇ ਜਿਸ ਤਰ੍ਹਾਂ ਅਸੀਂ ਗੁਰਦੁਆਰੇ ਸਾਹਮਣੇ ਵੀ ਨਿਸ਼ਾਨ ਸਾਹਿਬ ਲਾਉਣੇ, ਉਸ ਕਿਸਮ ਦਾ ਇੱਕ ਹੋਰ ਝੰਡਾ ਸੀਗਾ। ਤੇ ਇਹ ਆਪਣਾ ਉਹਨਾਂ ਨੇ ਦੱਸਿਆ, ਮਤਲਬ ਜੋ ਪੰਜਾਬੀ ਸੱਭਿਆਚਾਰ ਦੇ ਵਿੱਚ ਐਕਸੈਪਟਡ ਹੈ ਉਸ ਕਿਸਮ ਦਾ ਉਹਨਾਂ ਨੇ ਕੀਤਾ। ਤੇ ਮੈਂ ਕੁੱਲ ਮਿਲਾ ਕੇ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਸ ਕਿਸਮ ਦਾ ਕੁਛ ਨਹੀਂ ਸੀਗਾ। ਇਹ ਜਿਹੜਾ ਕਿ 3 ਝੰਡੇ ਜਿਹੜੇ ਕਿਸਾਨਾਂ ਦੇ ਆਪਣੇ ਝੰਡੇ ਤੇ ਇਹ ਕੇਸਰੀ ਝੰਡਾ ਤੇ ਤੀਸਰਾ ਜਿਹੜਾ ਹੈ ਟਰਾਈ ਕਲਰ, ਇਹ ਤਿੰਨੇ ਹੀ ਉੱਥੇ ਬਰਾਬਰ ਦੇ ਇੱਜ਼ਤ ਦੇ ਨਾਲ ਦਿਖਾਏ ਗਏ। ਕਿਸੇ ਦੀ ਕੋਈ ਵੀ ਬੇਪੱਤੀ ਜਾਂ ਕੋਈ ਇਹੋ ਜਿਹੀ ਉੱਥੇ ਕਰਾਉਣਾ ਦਿਖਾਉਣਾ ਜਾਂ ਪਾੜਨਾ ਦਾ ਸਵਾਲ ਹੀ ਨਹੀਂ ਹੈ, ਲਾਉਣਾ ਦਾ ਤਾਂ ਸਵਾਲ ਹੀ ਨਹੀਂ ਹੈ। ਮੇਰਾ ਖਿਆਲ ਇਹ ਗੱਲਾਂ ਬਿਲਕੁਲ ਸਾਫ਼ ਹੋਣੀਆਂ ਚਾਹੀਦੀਆਂ, ਨਹੀਂ ਤੇ ਬਾਰ-ਬਾਰ ਉਹੀ ਗੱਲਾਂ ਕਿ ਕੁਝ ਲੋਕ ਇਹੋ ਜਿਹੇ ਆ ਜਿਹੜੇ ਐਂਟੀ ਨੈਸ਼ਨਲ ਆ, ਦੇਸ਼ 'ਚ ਨਹੀਂ ਰਹਿਣਾ ਚਾਹੁੰਦੇ, ਦੇਸ਼ ਨੂੰ ਅਲੱਗ ਕਰਨਾ ਚਾਹੁੰਦੇ ਆ, ਮਤਲਬ ਉਸ ਕਿਸਮ ਦੀਆਂ ਗੱਲਾਂ ਨੂੰ ਦੂਰ ਵੀ ਅੱਜ ਦੇ ਕਿਸੇ ਵੀ ਐਕਸ਼ਨ 'ਚ ਦੇਖਣ ਨੂੰ ਨਹੀਂ ਮਿਲਿਆ। ਜੀ ਰਾਜੇਸ਼ ਜੀ, ਬਿਲਕੁਲ ਰਾਜੇਸ਼ ਜੀ, ਜਦੋਂ ਤਸਵੀਰ ਦੇਖਣ ਨੂੰ ਮਿਲ ਰਹੀ ਸੀ ਜਦੋਂ ਪਰੇਡ ਸ਼ੁਰੂ ਹੋਈ, ਜ਼ਾਹਿਰ ਜੀ ਗੱਲ ਹੈ ਸਵੇਰ ਤੋਂ ਹੀ ਕਿਸਾਨਾਂ ਦਾ ਵੀ ਮਾਰਚ ਸ਼ੁਰੂ ਹੋ ਗਿਆ ਸੀਗਾ ਤੇ ਰਾਜਪਥ ਦੇ ਉੱਤੇ ਇੱਕ ਵੱਖਰੀ ਪਰੇਡ ਹੋ ਚੁੱਕੀ ਸੀ। ਇੱਕ ਪਾਸੇ ਪਟਿਆਲੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈ ਉਹ ਆਪਣਾ ਝੰਡਾ ਲਹਿਰਾਉਣ ਦੀ ਤਿਆਰੀ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਸੀ। ਸੋ ਓਵਰਆਲ ਕਿੱਥੇ ਕਿੱਥੇ ਆਗੂਆਂ ਦੇ ਵੱਲੋਂ ਝੰਡਾ ਲਹਿਰਾਉਣ ਦੀਆਂ ਖਬਰਾਂ ਸਾਹਮਣੇ ਆਈਆਂ, ਕੀ ਮਾਹੌਲ ਦੇਖਣ ਨੂੰ ਮਿਲਿਆ? ਕਿਉਂਕਿ ਕਿਹਾ ਜਾ ਰਿਹਾ ਸੀ ਕਿ ਹਰਿਆਣੇ ਦੇ ਵਿੱਚ ਸ਼ਾਇਦ 1-2 ਜਗ੍ਹਾ ਦੇ ਉੱਤੇ ਕੈਂਸਲ ਹੋਇਆ ਹੈ ਔਰ ਬੀਜੇਪੀ ਆਗੂਆਂ ਨੇ ਸ਼ਾਇਦ ਇਹ ਰਸਮ ਨਹੀਂ ਨਿਭਾਈ। ਸੋ ਇਸ ਤਰ੍ਹਾਂ ਦੀ ਕੋਈ ਖਬਰ ਨਿਕਲ ਕੇ ਸਾਹਮਣੇ ਆਈ ਹੈ? ਦੇਖੋ, ਪੰਜਾਬ 'ਚ ਤੇ ਪੂਰਾ ਓਵਰਆਲ ਪੀਸਫੁਲ ਰਿਹਾ, ਕਿਸੇ ਤਰੀਕੇ ਦੀ ਕੋਈ ਜਿਹੜੀ ਅਣਸੁਖਾਵੀ ਘਟਨਾ ਨਹੀਂ ਵਾਪਰੀ। ਔਰ ਹਰਿਆਣੇ ਦੇ ਵਿੱਚ ਵਾਕਿਆ ਕੈਂਸਲ ਕੀਤੇ ਗਏ ਸੀ ਕਿਉਂਕਿ ਪਹਿਲੋਂ ਇੱਕ ਘਟਨਾ ਵਾਪਰ ਚੁੱਕੀ ਸੀ ਔਰ ਉਸੇ ਦੇ ਮੱਦੇਨਜ਼ਰ ਜਿਹੜਾ ਸੀ ਉਹ ਕੈਂਸਲ ਕੀਤੇ ਗਏ ਸੀ, ਕਈ ਸਮਾਗਮ ਕੈਂਸਲ ਕੀਤੇ ਗਏ ਸੀ। ਪਰ ਜਿਹੜੀ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਸੀ, ਮੈਂ ਉਸ ਗੱਲ ਨੂੰ ਫੇਰ ਪਿੱਛੇ ਜਾਣਾ ਚਾਹੂੰਗਾ। ਬੜੀਆਂ ਅਹਿਮ ਗੱਲਾਂ ਨੇ ਇਹ, ਗੱਲਾਂ ਅੱਜ ਦੀਆਂ ਮੇਨ ਚਰਚਾ ਦਾ ਵਿਸ਼ਾ ਇਹੀ ਹੈ। ਬਿਲਕੁਲ, ਔਰ ਇਹੀ ਗੱਲਾਂ ਕਰਨ ਲਈ ਅਸੀਂ ਇੱਥੇ ਬੈਠੇ ਹਾਂ ਜੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਔਰ ਦੇਖੋ, ਜਦੋਂ ਦਾ ਅੰਦੋਲਨ ਸ਼ੁਰੂ ਹੋਇਆ, ਜਿਹੜੀ ਕਿਸਾਨ ਸੰਘਰਸ਼ ਕਮੇਟੀ ਹੈ ਮੈਂ ਉਸਦੇ ਬਾਰੇ ਗੱਲ ਕਰਨਾ ਚਾਹਾਂਗਾ। ਹਾਲਾਂਕਿ ਸਾਡੇ ਮਾਝੇ ਦੇ ਹੀ ਨੇ ਆਪਣੇ ਸਰਵਨ ਸਿੰਘ ਪੰਧੇਰ ਜੀ, ਤੇ ਉਹ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਮੀਟਿੰਗਸ ਹੁੰਦੀਆਂ ਸੀ, ਇਹ ਮੀਟਿੰਗਸ ਦੇ ਵਿੱਚ ਨਹੀਂ ਸੀ ਜਾਂਦੇ ਔਰ ਆਪਣਾ ਵੱਖਰਾ ਬਿਆਨ ਜਾਰੀ ਕਰਦੇ ਸੀ ਕਿ ਅਸੀਂ ਮੀਟਿੰਗ 'ਚ ਨਹੀਂ ਜਾਣਾ ਜੀ, ਮੀਟਿੰਗ ਕਿਉਂਕਿ ਇਹ ਮੀਟਿੰਗ ਦਾ ਕੋਈ ਸੱਟਾ ਨਹੀਂ ਨਿਕਲਦਾ, ਬੇਸਿੱਟਾ ਮੀਟਿੰਗਾਂ ਨਿਕਲਦੀਆਂ ਨੇ, ਫਿਰ ਉੱਥੇ ਲੈਣ ਕੀ ਜਾਣਾ ਜੀ, ਆਪਾਂ ਕੀ ਕਰਨਾ। ਅੱਛਾ, ਉਸ ਤੋਂ ਬਾਅਦ ਗਏ ਨੇ ਉੱਥੇ, ਠੀਕ ਹੈ। ਉਸ ਤੋਂ ਬਾਅਦ 1-2 ਸਾਂਝੀਆਂ ਪ੍ਰੈਸ ਕਾਨਫਰੰਸ ਹੋਈਆਂ ਵਾ। ਉਸ ਤੋਂ ਬਾਅਦ ਫਿਰ ਜਿਹੜੇ ਵੱਖਰੇ ਬਿਆਨ ਆਉਣੇ ਸ਼ੁਰੂ ਹੋ ਗਏ ਔਰ ਹੁਣ ਜਦੋਂ ਕਿ ਇੱਕ ਸੰਯੁਕਤ ਮੋਰਚਾ ਜਿਹੜਾ ਸੀਗਾ ਉਹਦਾ ਇੱਕ ਪਲਾਨ ਇਹ ਸੀ ਕਿ ਰੂਟ ਜਿਹੜਾ ਫਾਈਨਲ ਹੋ ਗਿਆ, ਰੂਟ ਫਾਈਨਲ ਹੋ ਕੇ ਮੀਡੀਆ ਦੇ ਵਿੱਚ ਬਕਾਇਦਾ ਦੇ ਦਿੱਤਾ ਗਿਆ ਕਿ ਇਹ ਰੂਟ ਹੈ, ਇਸ ਰੂਟ ਤੇ ਹੀ ਪੂਰਾ ਜਿਹੜਾ ਸੀਗਾ। ਕਿਉਂਕਿ ਕਿਹਾ ਇਹ ਜਾ ਰਿਹਾ ਸੀ, ਜਿਹੜੇ ਕਿਸਾਨ ਆਗੂਆਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਸਾਡੇ ਟਰੈਕਟਰਾਂ ਦੀ ਗਿਣਤੀ ਬਹੁਤ ਵੱਡੀ ਹੈ। ਰਿੰਗ ਰੋਡ ਜਿਹੜਾ ਆਊਟਰ ਰਿੰਗ ਰੋਡ ਆ, ਆਊਟਰ ਰਿੰਗ ਰੋਡ ਦੀ ਜਿਹੜਾ ਪੈਰੀਫੈਰੀ ਜੇ ਆਪਾਂ ਕਹੀਏ ਤਾਂ ਉਹ 47, 48 ਜਾਂ 50 ਕਿਲੋਮੀਟਰ ਬਣਦੀ ਹੈ ਤੇ ਵੱਡੀ ਗਿਣਤੀ ਕਰਕੇ ਇਹ ਜਿਹੜਾ ਰੂਟ ਹੈ ਫਾਈਨਲ ਕੀਤਾ ਗਿਆ, ਇਹ ਤੇ ਹੀ ਜਾਣਾ ਹੈ। ਜਦੋਂ ਸੰਯੁਕਤ ਮੋਰਚੇ ਨੇ ਫਾਈਨਲ ਕੀਤਾ ਗਿਆ ਤੇ ਨਾਲ ਹੀ ਬਿਆਨ ਆ ਗਿਆ ਸਰਵਨ ਸਿੰਘ ਪੰਧੇਰ ਹੋਣਾ ਦਾ ਕਿ ਇਹ ਅਸੀਂ ਆਪਣਾ ਰਸਤਾ ਸਾਡਾ ਇਹ ਹੈ, ਸਾਡਾ ਜਿਹੜੀ ਜਥੇਬੰਦੀ ਨੇ ਡਿਸਾਈਡ ਇਹ ਕੀਤਾ ਕਿ ਅਸੀਂ ਰਿੰਗ ਰੋਡ ਤੇ ਜਾਵਾਂਗੇ, ਹਰ ਹਾਲ 'ਚ ਜਾਵਾਂਗੇ। ਔਰ ਉਹਨਾਂ ਦੀਆਂ ਵੀ ਪੁਲਿਸ ਨਾਲ ਮੀਟਿੰਗਾਂ ਹੋਈਆਂ, ਉਹ ਮੀਟਿੰਗਾਂ ਫੇਲ ਹੋਈਆਂ। ਮੀਟਿੰਗਸ ਦੇ ਵਿੱਚ ਉਹਨਾਂ ਨੇ ਰਸਤਾ ਦੇਣ ਤੋਂ ਇਨਕਾਰ ਕੀਤਾ। ਉਸਦੇ ਬਾਵਜੂਦ ਉਸ ਰਸਤੇ ਤੇ ਜਾਣ ਦਾ ਸੱਦਾ ਦਿੱਤਾ ਗਿਆ ਔਰ ਉਸਦੇ ਨਾਲ ਜਿਹੜੇ ਨੌਜਵਾਨ ਸੀ ਉਹ ਬੁਰੀ ਤਰ੍ਹਾਂ ਨਾਲ ਭੜਕੇ ਹੋਏ ਸੀਗੇ। ਉਹਨਾਂ ਨੂੰ ਕਿਵੇਂ ਸ਼ਾਂਤ ਕੀਤਾ ਜਾ ਰਿਹਾ ਸੀ, ਇਹ ਉੱਥੇ ਜਿਹੜੇ ਬੈਠੇ ਆਗੂ ਨੇ ਉਹ ਜਾਣਦੇ ਨੇ ਕਿ ਕਿਵੇਂ ਉਹਨਾਂ ਤੇ ਉਸ ਰਾਤ ਕੀ ਬੀਤ ਰਹੀ ਸੀ। ਸਾਰੀ ਰਾਤ ਸੁੱਤੇ ਨਹੀਂ, ਸਾਰੀ ਰਾਤ ਜਾਗ ਕੇ ਉਹਨਾਂ ਨੇ ਕੱਟੀ ਕਿ ਇਹ ਬੜੀ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਕਿਸਾਨ ਆਗੂਆਂ ਦੇ ਮੋਢੇ ਤੇ ਆ ਕੇ ਖੜੀ ਹੋ ਗਈ ਸੀ ਕਿ ਇੰਨਾ ਵੱਡਾ ਹਜੂਮ ਆ ਰਿਹਾ ਹੈ, ਉਹ ਲੀਡ ਕਰ ਰਹੇ ਨੇ, ਅੱਗੇ ਲੱਗੇ ਨੇ। ਤਾਂ ਜੇ ਕੱਲ ਨੂੰ ਕੋਈ ਵੀ ਹੁਣ ਇੱਕ ਮਾਂ ਦਾ ਪੁੱਤ ਅੱਜ ਮਾਰਿਆ ਗਿਆ ਤਾਂ ਉਸਦੀ ਜ਼ਿੰਮੇਵਾਰੀ ਕਿਹਦੀ ਹੋਏਗੀ? ਇਹ तमाम ਚੀਜ਼ਾਂ ਜਿਹੜੀਆਂ ਉਹਨਾਂ ਦੇ, ਚਲੋ ਉਹਨਾਂ ਹਿੰਸਕ ਨਹੀਂ ਹੋਇਆ ਜਿੰਨਾ ਹਿੰਸਕ ਹੋ ਸਕਦਾ ਸੀਗਾ ਇਹ, ਪਰ ਉਹਨਾਂ ਹਿੰਸਕ ਨਹੀਂ ਹੋਇਆ। ਚਲੋ ਇਹ ਵਾਹਿਗੁਰੂ ਦਾ ਸ਼ੁਕਰ ਹੈ, ਪਰਮਾਤਮਾ ਦਾ ਸ਼ੁਕਰ ਹੈ। ਪਰ ਇਹ तमाम ਚੀਜ਼ਾਂ ਜਿਹੜੀਆਂ ਵੱਖਰੇ ਹੋ ਕੇ ਚੱਲਣ ਵਾਲੀਆਂ ਚੀਜ਼ਾਂ ਸੀ, ਜੇ ਵੱਡੇ ਆਗੂਆਂ ਦੇ ਵਿੱਚ ਹੀ ਨਜ਼ਰ ਆਉਣ ਤਾਂ ਉਸ ਦੇ ਨਾਲ ਜਿਹੜਾ ਯੂਥ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਭਟਕ ਸਕਦਾ ਹੈ, ਇੱਕ ਨੂੰ ਗਲਤ ਇੱਕ ਨੂੰ ਠੀਕ ਕਹਿ ਸਕਦਾ ਹੈ। ਇੱਕ ਸਾਂਝੇ ਛਤਰੀ ਥੱਲੇ ਜਿਹੜਾ ਆਉਣਾ ਉਹ ਮੁਸ਼ਕਲ ਕਿਸੇ ਵੇਲੇ ਹੋ ਜਾਂਦਾ ਹੈ। ਇਹ ਚੀਜ਼ਾਂ ਜਿਹੜੀਆਂ ਬੜੀਆਂ
ਧਿਆਨ ਰੱਖਣ ਵਾਲੀਆਂ ਚੀਜ਼ਾਂ ਨੇ। ਇਹਨੂੰ ਸੋਚ ਸਮਝ ਕੇ ਅੱਗੇ ਵੀ ਹਜੇ ਚੱਲਣਾ ਹੈ। ਹੁਣ 1 ਮਾਰਚ ਜਿਹੜਾ 1 ਤਰੀਕ ਦਾ ਪ੍ਰੋਗਰਾਮ ਦਿੱਤਾ ਹੈ, ਬਹੁਤ ਵੱਡਾ ਪ੍ਰੋਗਰਾਮ ਦਿੱਤਾ ਹੈ। ਉਹ ਮੈਂ ਕਹਾਂਗਾ ਕਿ ਇਸ ਤੋਂ ਵੀ ਵੱਡਾ ਪ੍ਰੋਗਰਾਮ ਹੈ ਜਿਹੜਾ ਦਿੱਤਾ ਹੋਇਆ, ਕਿ ਜਦੋਂ ਕਿ ਕੂਚ ਕਰਨਾ ਹੈ ਇਹਨਾਂ ਨੇ ਪਾਰਲੀਮੈਂਟ ਵੱਲ, ਤਾਂ ਉਸ ਨੂੰ ਲੈ ਕੇ ਜੇ ਉਸ ਨੂੰ ਕਿਤੇ ਢਾਹ ਲੱਗਦੀ ਹੈ ਜਾਂ ਕਿਤੇ ਕੋਈ ਅਜਿਹੀ ਚੀਜ਼ ਆਉਂਦੀ ਹੈ ਸਾਹਮਣੇ ਜਿਸ ਦੇ ਨਾਲ ਫਿਰ ਇੱਕ ਵਖਰੇਵਾਂ ਨਜ਼ਰ ਆਉਂਦਾ ਹੈ, ਤਾਂ ਉਹ ਫਿਰ ਤੱਕ ਕਦੀ ਵੀ ਇਹ ਚੀਜ਼ ਜਿਹੜੀ ਕਾਮਯਾਬ ਨਹੀਂ ਹੋ ਸਕਦੀ। ਜਿਹੜੀ ਢਾਹ ਲੱਗਣ ਦੀ ਮੈਂ ਗੱਲ ਕਰ ਰਿਹਾ ਸੀ, ਉਹ ਇਹਨਾਂ ਚੀਜ਼ਾਂ ਕਰਕੇ ਢਾਹ ਲੱਗੀ ਹੈ ਕਿ ਜੇ ਅਸੀਂ ਇੱਕ ਰੂਟ ਪਲਾਨ ਕੀਤਾ ਸੀ ਜਿਹੜਾ ਉੱਤੇ ਗਏ ਹੁੰਦੇ, ਤਾਂ ਨਾ ਲਾਲ ਕਿਲੇ ਵਾਲਾ ਸੀਨ ਆਉਣਾ ਸੀ, ਨਾ ਬੈਰੀਕੇਡਸ ਤੋੜਨ ਵਾਲਾ ਸੀਨ ਆਉਣਾ ਸੀ, ਨਾ ਕਿਤੇ ਕੋਈ ਅਜਿਹੀ ਚੀਜ਼ ਨਜ਼ਰ ਆਉਣੀ ਸੀ ਜਿਸ ਦੇ ਨਾਲ ਕਿਤੇ ਨਾ ਕਿਤੇ ਕੋਈ ਨੈਗੇਟਿਵ ਪਿਕਚਰ ਵੀ ਜਾਏ। ਜੇ ਅਸੀਂ ਇੰਨੀ ਦੇਰ ਤੱਕ, ਜੇ ਇੰਨੀ ਲੰਮੇ ਸਮੇਂ ਤੱਕ ਇੱਕ ਲੀਡਰਸ਼ਿਪ ਨੂੰ ਮੰਨ ਕੇ ਅਸੀਂ ਚੱਲਦੇ ਰਹੇ ਹਾਂ, ਉਹਨਾਂ ਦੇ ਕਹੇ ਤੇ ਚੱਲਦੇ ਰਹੇ ਹਾਂ, ਤਾਂ ਹੁਣ ਕੀ ਸੀ ਜੇ ਹੁਣ ਵੀ ਉਸ ਢੰਗ ਨਾਲ ਚੱਲੇ ਹੁੰਦੇ, ਤਾਂ ਜਿੱਦਾਂ ਪੈਸਾ ਵੀ ਇਸ ਗੱਲ ਨੂੰ ਅਗਰੀ ਕਰ ਰਹੇ ਸੀ, ਮੰਨ ਰਹੇ ਸੀ ਇਸ ਗੱਲ ਨੂੰ ਕਿ ਇਸ ਦੇ ਫਾਰ ਬੈਟਰ ਰਿਜ਼ਲਟ ਜਿਹੜੇ ਸਾਹਮਣੇ ਆਉਣੇ ਸੀਗੇ। ਕਿਤੇ ਵੀ ਕਿਸੇ ਨੂੰ ਕੋਈ ਨੁਕਤਾਚੀਨੀ ਕਰਨ ਦਾ ਮੌਕਾ ਨਹੀਂ ਸੀ ਮਿਲਣਾ, ਕਿਉਂਕਿ ਦਿੱਲੀ ਦੇ ਵਿੱਚ ਐਂਟਰ ਕਰਦਾ ਹੀ ਉਸ ਦਾ ਨਤੀਜਾ ਸਾਹਮਣੇ ਆ ਗਿਆ ਸੀ। ਜਦੋਂ ਦਿੱਲੀ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਨੀ ਸ਼ੁਰੂ ਕਰਤੀ, ਜਦੋਂ ਸਵਾਗਤ ਕਰਨਾ ਸ਼ੁਰੂ ਕਰਤਾ, ਤਾਂ ਉੱਥੇ ਦੇ ਮੀਡੀਆ ਨੂੰ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਮੀਡੀਆ ਹਮੇਸ਼ਾ ਐਂਟੀ ਚੱਲਦਾ, ਉਹਨੂੰ ਮਜਬੂਰ ਹੋ ਕੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਖਬਰਾਂ ਲਾਉਣੀਆਂ ਪੈਣੀਆਂ ਸੀਗੀਆਂ। ਕਿੱਥੋਂ ਤੱਕ ਨੈਗੇਟਿਵ ਕਰ ਲੈਂਦੇ, ਪਰ ਹੁਣ ਇੱਕ ਅਸੀਂ ਆਪਣੇ ਆਪ ਹੀ ਉਹਨਾਂ ਨੂੰ ਇੱਕ ਜਿਹੜਾ ਬਹਾਨਾ ਦੇ ਦਿੱਤਾ ਕਿ ਆਹ ਫੜੋ ਜੀ, ਤੁਸੀਂ ਹੁਣ ਸਾਡੇ ਤੇ ਵਾਰ ਕਰੋ। ਇਹ ਜਿਹੜੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੀ। ਮੇਰੀ ਵਾਰ-ਵਾਰ, ਕਿਉਂਕਿ ਮੈਂ ਉਸ ਥਾਂ ਤੇ ਆਉਣਾ ਚਾਹੁੰਦਾ ਹਾਂ ਕਿ ਅੱਗੇ ਅੰਦੋਲਨ ਅਜੇ ਚੱਲਣਾ ਹੈ। ਅਜੇ ਜਿਹੜਾ 1 ਤਰੀਕ ਦਾ ਪ੍ਰੋਗਰਾਮ ਬਹੁਤ ਵੱਡਾ ਹੈ, ਤੇ ਇਹ ਚੀਜ਼ਾਂ ਜਿਹੜੀਆਂ ਜੇ ਨਾ ਅੱਗੇ ਤੁਰੀਆਂ, ਜੇ ਯੂਥ ਨੂੰ ਇਸ ਢੰਗ ਨਾਲ ਕੰਟਰੋਲ ਨਾ ਕੀਤਾ ਗਿਆ, ਤਾਂ ਫਿਰ ਰੱਬ ਬਿਲਕੁਲ। ਪ੍ਰੋਫੈਸਰ ਸਾਹਿਬ, ਇਸ ਤੋਂ ਪਹਿਲਾਂ ਜਦੋਂ ਪਲੈਨਿੰਗ ਕੀਤੀ ਗਈ ਸੀ, ਕਿਤੇ ਨਾ ਕਿਤੇ ਤਾਂ ਇਹ ਹੈ ਵੀ ਰੂਟ ਨੂੰ ਲੈ ਕੇ ਜਿਹੜੀ ਹੈ ਕਨਫਿਊਜ਼ਨ ਤਾਂ ਹੋਈ ਹੈ, ਔਰ ਇਹ ਗੱਲ ਲਾਈਵ ਹੋ ਕੇ ਖੁਦ ਦੀਪ ਸਿੱਧੂ ਨੇ ਜਿੱਥੇ ਆਪਣੀ ਸਫਾਈ ਦਿੱਤੀ ਹੈ, ਉੱਥੇ ਹੀ ਕਿਸਾਨਾਂ ਦੇ ਬਹੁਤ ਸਾਰੇ ਆਗੂਆਂ ਨੇ ਇਹ ਗੱਲ ਕਹੀ ਹੈ ਵੀ ਕਿਤੇ ਨਾ ਕਿਤੇ ਕਨਫਿਊਜ਼ਨ ਹੋ ਗਈ। ਜਦੋਂ ਲਾਲ ਕਿਲੇ ਦੇ ਉੱਤੋਂ ਥੋੜੀ ਦੇਰ ਪਹਿਲਾਂ ਲਾਈਵ ਚੱਲ ਰਿਹਾ ਸੀਗਾ, ਤੇ ਉਹਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਸੀ ਜਿਹੜੇ ਰਾਜਸਥਾਨ, ਯੂਪੀ ਜਾਂ ਕਿਤੋਂ ਇਸ ਅੰਦੋਲਨ ਦਾ ਹਿੱਸਾ ਬਣੇ ਹੋਏ ਸੀਗੇ, ਔਰ ਉਹ ਕਹਿ ਰਹੇ ਸੀ ਕਿ ਅਸੀਂ ਕਨਫਿਊਜ਼ ਸੀਗੇ, ਸਾਨੂੰ ਉਸ ਟਾਈਮ ਤੱਕ ਸਮਝ ਨਹੀਂ ਆ ਰਿਹਾ ਸੀ ਵੀ ਅਸੀਂ ਕਿਹੜੀ ਸਾਈਡ ਨੂੰ ਮੁੜਨਾ ਹੈ, ਕਿਉਂਕਿ ਕੁਝ ਲੋਕ ਕਹਿ ਰਹੇ ਸੀ ਲਾਲ ਕਿਲੇ ਵੱਲ ਨੂੰ ਹੋ ਜਾਓ, ਤੇ ਕੁਝ ਸਾਨੂੰ ਕੁਝ ਦੱਸ ਨਹੀਂ ਰਹੇ ਸੀ, ਤੇ ਕਈਆਂ ਨੇ ਪਹਿਲਾਂ ਕਹੇ ਦੇ ਮੁਤਾਬਕ ਸਿਰਫ ਰਿੰਗ ਰੋਡ ਵੱਲ ਨੂੰ ਜਾਣ ਨੂੰ ਕਿਹਾ ਸੀ। ਸੋ ਇਹ ਇੱਕ ਕਨਫਿਊਜ਼ਨ ਉਹਨਾਂ ਨੇ ਖੁਦ ਕਹੀ ਹੈ ਵੀ ਅਸੀਂ ਬੜਾ ਕਨਫਿਊਜ਼ ਹੋਏ, ਸਾਨੂੰ ਸਮਝ ਨਹੀਂ ਆ ਰਹੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ, ਜਦੋਂ ਉਹਨਾਂ ਨੇ ਪਲਾਨ ਕੀਤਾ ਸੀ, ਤਾਂ ਇਹ ਗੱਲ ਕਹੀ ਗਈ ਸੀ ਕਿ ਹਰ ਟਰੈਕਟਰ ਦੇ ਉੱਤੇ ਜਿਹੜਾ ਇੱਕ ਤਾਂ ਲੱਦ ਕੇ ਨਹੀਂ ਬੰਦੇ ਚੜਨਗੇ, ਇੱਕ ਜਿਹੜੀ ਹੈ ਕਾਊਂਟਿੰਗ ਦਾ ਖਿਆਲ ਰੱਖਿਆ ਜਾਏਗਾ। ਦੂਜੀ ਗੱਲ ਇਹ ਸੀ ਕਿ ਹਰ ਟਰੈਕਟਰ ਦੇ ਉੱਤੇ ਜਿੱਥੇ ਵੀ ਨੌਜਵਾਨ ਹੋਣਗੇ, ਉੱਥੇ ਇੱਕ ਸਿਆਣਾ ਆਗੂ ਜ਼ਰੂਰ ਨਾਲ ਬੈਠੇਗਾ ਜਿਹੜਾ ਉਹਨਾਂ ਦੀ ਅਗਵਾਈ ਕਰੇਗਾ। ਸੋ ਕਿਤੇ ਨਾ ਕਿਤੇ ਰੂਟ ਡਾਇਵਰਟ ਹੋਣਾ ਜਾਂ ਕਨਫਿਊਜ਼ਨ ਦੇ ਕਾਰਨ ਕਿਤੇ ਨਾ ਕਿਤੇ ਤਾਂ ਸਟ੍ਰੈਟਜੀ ਜਿਹੜੀ ਹੈ ਉਹ ਥੋੜੀ ਜਿਹੀ ਚੇਂਜ ਹੋ ਗਈ। ਸੋ ਕਿਤੇ ਨਾ ਕਿਤੇ ਜਿਹੜੀਆਂ ਖਬਰਾਂ ਉਲਟ ਗਈਆਂ, ਜਿਹੜੀਆਂ ਕਿ ਕੁਝ ਹੋਰ ਹੋਣੀਆਂ ਸੀਗੀਆਂ। ਅੱਜ ਦੇਖੋ, ਕਿਸੇ ਵੀ ਐਡੇ ਵੱਡੇ ਸੰਘਰਸ਼ ਦੇ ਵਿੱਚ ਕੋਆਰਡੀਨੇਸ਼ਨ ਦੀ ਤੇ ਕਮਿਊਨੀਕੇਸ਼ਨ ਦੀ ਕਮੀ ਰਹਿ ਸਕਦੀ ਹੈ। ਮੈਂ ਉਸ ਗੱਲ ਨੂੰ ਮੰਨਦਾ, ਕਿਤੇ ਕਮੀ ਹੋਈ ਹੋਊਗੀ ਤਾਂ ਹੀ ਲੋਕਾਂ ਨੇ ਆਪਣਾ ਬਿਆਨ ਦਿੱਤਾ ਹੋਊਗਾ ਕਿ ਸਾਨੂੰ ਪਤਾ ਨਹੀਂ ਸੀ ਲੱਗ ਰਿਹਾ ਕਿੱਧਰ ਨੂੰ ਜਾਈਏ। ਤੁਸੀਂ ਜੇ ਕਿਤੇ ਇੱਥੇ ਹੁੰਦੇ, ਸ਼ਹਿਰੀ ਦੇਖਦੇ ਕਿ ਅਸੀਂ ਤੇ ਉੱਥੋਂ ਆਏ ਆ, ਇਹਨਾਂ ਦਿਨਾਂ ਤੋਂ ਹੀ ਅਸੀਂ 1 ਦਿਨ ਪਹਿਲਾਂ ਨਿਕਲ ਕੇ ਆ ਗਏ ਕਿ ਇੱਥੇ ਫਸ ਗਏ, ਤੇ ਹੋ ਸਕਦਾ 4-5 ਦਿਨ ਹੀ ਬੈਠਣਾ ਪਵੇ। ਪਿੱਛੇ ਮੇਰੇ ਕਈ ਪ੍ਰੀ ਆਕੂਪੇਸ਼ਨਸ ਹੁੰਦੇ ਆ, ਅਸੀਂ ਅੱਗੇ ਨਿਕਲ ਨਹੀਂ ਸਕੇ, ਇੱਕ ਵਾਰੀ ਫਸ ਗਏ, ਨਿਕਲ ਕੇ ਅਸੀਂ ਵਾਪਸ ਭੱਜੇ। ਤਾਂ ਉਦੋਂ ਜਦੋਂ ਵਾਪਸ ਆ ਰਹੇ ਸੀ, ਤੇ ਉਧਰ ਨੂੰ ਜਿਹੜੀਆਂ ਫੌਜਾਂ ਜਾ ਰਹੀਆਂ ਸੀ ਲਾਈਨਾਂ ਬਣਾ ਕੇ, 400 ਇਕੱਠਾ ਟਰੈਕਟਰ ਜਾ ਰਿਹਾ ਸੀ, ਲਾਈਨਾਂ ਬਣਾ ਕੇ ਇਕੱਠੇ ਹੋ ਕੇ ਜਾ ਰਹੇ ਸੀ। ਮਤਲਬ ਉਹ ਇੱਕ ਅਜੀਬ ਤਕੜਾ ਜ਼ਿੰਦਗੀ ਦਾ ਲਾਈਫ ਲੌਂਗ ਐਕਸਪੀਰੀਅੰਸ ਸੀਗਾ ਕਿ ਕਿਵੇਂ ਲੋਕ ਕਿੱਡੇ ਵੱਡੇ ਪੱਧਰ। ਹੁਣ ਤੁਸੀਂ ਇਹ ਆਪ ਅੰਦਾਜ਼ਾ ਲਾਓ ਕਿ ਜੇ ਲੋਕ ਆਪਣੀ ਸਿਆਣਪ ਤੇ ਆਪਣੀ ਬੁੱਧੀ ਤੋਂ ਨਾ ਕੰਮ ਲੈਣਗੇ, ਤੇ ਜੇ ਕਿਤੇ ਉਹ ਭੜਕਾਟ ਚ ਆ ਕੇ ਸਾਰੇ ਹੀ ਉਧਰ ਨੂੰ ਹੋ ਪੈਣ, ਤੇ ਦਿੱਲੀ ਦੇ ਵਿੱਚ ਤੇ ਖਾਨਾ ਜੰਗੀ ਲੱਗ ਜਾਣੀ ਸੀ, ਜਿੰਨੇ ਉਹ ਲੋਕ ਸੀਗੇ ਤੇ ਜਿੰਨੇ ਉਹ ਤਾਕਤਵਰ ਤੇ ਜਿੰਨੇ ਉਹ ਬਖਤਰਬੰਦ ਗੱਡੀਆਂ ਲੈ ਕੇ ਭਜਾ ਕੇ ਜਾ ਰਹੇ ਸੀ। ਇਹ ਫਿਰ ਵੀ ਮੈਂ ਕਹਿੰਦਾ ਬਹੁਤ ਠੀਕ ਠਾਕ ਰਿਹਾ। ਜੇ ਸਰਕਾਰ ਚਾਹੁੰਦੀ, ਮੈਂ ਤੇ ਅਜੇ ਵੀ ਇਹ ਗੱਲ ਤੇ ਕਹਿਣਾ, ਤਾਂ ਇਹ ਵੀ ਰੋਕਿਆ ਜਾ ਸਕਦਾ ਸੀਗਾ ਜੇ ਉਹਨਾਂ ਨੂੰ ਪਤਾ ਸੀ ਲਗਾਤਾਰ ਇਹ ਹੋ ਰਿਹਾ। ਖਾਸ ਕਰ ਜਦੋਂ ਇਹ ਪਤਾ ਸੀ ਕਿ 1 ਦਿਨ ਪਹਿਲਾਂ, ਪਹਿਲੀ ਰਾਤ ਨੂੰ ਸਟੇਜ ਦੇ ਉੱਤੇ ਇਹੋ ਜਿਹੀ ਬਦਮਗਜੀ ਹੋਈ ਆ, ਉੱਥੇ ਖਿੱਚਾ ਤੁਈ ਹੋਈ ਆ, ਇਹੋ ਜਿਹੇ ਐਲਾਨ ਵੀ ਕੀਤੇ ਗਏ ਆ ਕਿ ਅਸੀਂ ਜਾਵਾਂਗੇ, ਕੌਣ ਹੁੰਦਾ ਰੋਕਣ ਵਾਲਾ, ਇਸ ਬਾਰੇ ਇਹੋ ਜਿਹੀਆਂ ਗੱਲਾਂ ਹੋਈਆਂ, ਤਾਂ ਸਰਕਾਰ ਨੂੰ ਹੋਰ ਵੀ ਸਤਰਕ ਹੋਣਾ ਚਾਹੀਦਾ ਸੀਗਾ। ਫਿਰ ਇਸ ਕਰਕੇ ਮੇਰਾ ਖਿਆਲ ਹੈ ਕਿ ਸਰਕਾਰ ਦੇ ਪਾਰਟ ਤੇ ਵੀ, ਜਿੱਥੇ ਕੁਝ ਲੋਕਾਂ ਨੇ ਵਿੱਚ ਉਹਦਾ ਦੀਪ ਸਿੱਧੂ ਦਾ ਵੀ ਨਾਂ ਆ ਰਿਹਾ, ਹੋਰ ਵੀ ਕਈਆਂ ਬੰਦਿਆਂ ਦੇ ਆ ਰਹੇ, ਜਿਸ ਤਰ੍ਹਾਂ ਦੇ ਵੀ ਲੋਕ ਗਏ, ਜੇ ਉਹ ਸੀਗੇ ਤੇ ਉਹਨਾਂ ਨੂੰ ਰੋਕਿਆ ਜਾ ਸਕਦਾ ਸੀ। ਮੈਨੂੰ
ਜਿਸ ਤਰੀਕੇ ਨਾਲ ਮੈਂ ਫਿਰ ਇਹ ਗੱਲ ਕਹੀ ਨਾ ਕਿ ਜਿਸ ਤਰੀਕੇ ਨਾਲ ਕਿਲੇ ਆਪਣੇ ਲਾਲ ਕਿਲੇ ਦੇ ਵਿੱਚ ਲੋਕ ਆਰਾਮ ਨਾਲ ਐਂਟਰ ਕੀਤੇ, ਕਿਸੇ ਨੇ ਨਹੀਂ ਉਹਨਾਂ ਨੂੰ ਰੋਕਿਆ। ਉੱਥੇ ਗਏ ਵੀ ਐ ਜਿਵੇਂ ਕਿਤੇ ਵਿਆਹ ਤੇ ਗਏ ਹੋਣ, ਉੱਥੇ ਆਰਾਮ ਨਾਲ ਖੜੇ ਆ, ਆਰਾਮ ਨਾਲ ਸਾਰਾ ਕੁਝ ਚੱਲ ਰਿਹਾ। ਉਸ ਨੂੰ ਦੇਖਣ ਤੋਂ ਇਹ ਅੰਦਾਜ਼ਾ ਲੱਗਦਾ ਸੀਗਾ ਕਿ ਕਿਤੇ ਨਾ ਕਿਤੇ ਇਸ ਗੱਲ ਦਾ ਸ਼ਹਿਰੀ ਉਹ ਜਾਂ ਤੇ ਡਰੇ ਹੋਏ ਸੀ, ਬੰਦੇ ਪੁਲਿਸ ਦੀ ਫੋਰਸ ਥੋੜੀ ਸੀ, ਪਰ ਉਹ ਤਮਾਸ਼ਬੀਨ ਬਣ ਕੇ ਦੇਖ ਰਹੇ ਸੀ। ਕਿਸੇ ਨੇ ਵੀ ਉਸ ਨੂੰ ਉੱਥੇ ਉਸ ਲੈਵਲ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਦਿੱਲੀ ਦੇ ਲਾਗੇ ਲਾਲ ਕਿਲੇ ਦੇ ਆਸ-ਪਾਸ ਜੇ 4 ਲੰਬੀ ਖੁੱਲੀ ਦਾੜੀ ਵਾਲੇ ਮੇਰੇ ਵਰਗੇ ਬੰਦੇ ਵੈਸੇ ਹੀ ਤੁਰਦੇ ਫਿਰਦੇ ਦੇਖ ਲੈਣ ਤੇ ਉਹਨਾਂ ਨੂੰ ਘੇਰ ਕੇ ਪੁੱਛਣ ਲੱਗ ਜਾਂਦੇ। ਤੇ ਜਦੋਂ ਇੰਨੇ ਲੋਕ ਇੰਨੀ ਦੂਰ ਤੋਂ, ਟਰੈਕਟਰ ਪਤਾ ਕਿੰਨੀ ਦੂਰ ਆ, ਕਿ ਸਿੰਘੂ ਬਾਰਡਰ ਕਿੱਥੇ ਆ ਤੇ ਲਾਲ ਕਿਲਾ ਕਿੱਥੇ ਆ, ਤੇ ਟਰੈਕਟਰ ਤੇ ਆਏ ਆ, ਉਹ ਕਿਤੇ ਹਵਾਈ ਜਹਾਜ਼ ਰਾਹੀਂ ਤੇ ਉਤਰੇ ਨਹੀਂ ਅੰਦਰ, ਹੈਲੀਕਾਪਟਰ ਰਾਹੀਂ ਜਿਵੇਂ ਅਸਾਮਾ ਬਿਨ ਲਾਦਨ ਨੂੰ ਲੈ ਗਏ ਸੀਗੇ ਅਮਰੀਕਨ, ਇਸ ਤਰ੍ਹਾਂ ਥੋੜੀ ਹੋਇਆ ਆ ਕੋਈ। ਤੇ ਤੁਸੀਂ ਕਿਤੇ ਨਹੀਂ ਰੋਕ ਸਕੇ ਉਹਨਾਂ ਨੂੰ। ਕਾਹਦੀ ਤੁਹਾਡੀ ਐਡਮਿਨਿਸਟ੍ਰੇਸ਼ਨ ਆ? ਇਹ ਵੀ ਇੱਕ ਸਾਨੂੰ ਉਹਨਾਂ ਦੀ ਫੇਲਰ ਦਾ, ਜਦ ਕਿ ਇੰਟੈਲੀਜੈਂਸ ਇਨਪੁੱਟ ਉਹਨਾਂ ਨੂੰ ਸਾਰਾ ਸੀਗਾ। ਉਹਨਾਂ ਨੇ ਵੀ ਕਿਤੇ ਇਸ ਗੱਲ ਨੂੰ ਅਲਾਓ ਕੀਤਾ ਤਾਂ ਕਿ ਬਾਅਦ ਵਿੱਚ ਰਾਜਨੀਤਿਕ ਤੌਰ ਤੇ ਇਸ ਗੱਲ ਦਾ ਲਾਹਾ ਲਿਆ ਜਾਏ। ਜਿਹੜੀ ਗੱਲ ਰਜੇਸ਼ ਕਹਿ ਰਹੇ ਆ ਕਿ ਬਾਰ-ਬਾਰ ਹੁਣ 1 ਤਰੀਕ ਦਾ ਮੈਨੂੰ ਲੱਗਦਾ ਕਿ ਕੱਲ ਨੂੰ ਜਿਹੜੀ ਮੀਟਿੰਗ ਹੋਊਗੀ ਉਹਦੇ 'ਚ ਸਾਰਾ ਰਿਵਿਊ ਹੋਊਗਾ। ਮੈਂ ਹਨਨ ਮੁੱਲਾ ਜਿਹੜੇ ਵੈਸਟ ਬੰਗਾਲ ਤੋਂ ਆਉਂਦੇ ਸੀਨੀਅਰ ਲੀਡਰ ਆ ਆਲ ਇੰਡੀਆ ਕਿਸਾਨ ਸਭਾ ਦੇ, ਉਹਨਾਂ ਦਾ ਹੁਣੇ ਮੈਂ ਬਿਆਨ ਸੁਣ ਰਿਹਾ ਸੀ। ਉਹ ਕਹਿੰਦੇ ਸੀ ਇਹਦੇ ਬਾਰੇ ਦੁਬਾਰਾ ਸੋਚਾਂਗੇ। ਰਕੇਸ਼ ਟਕਾਇਤ ਉਹ ਵੀ ਕਹਿ ਰਹੇ ਸੀਗੇ ਸਾਡਾ ਤੇ ਕੋਈ ਪ੍ਰੋਗਰਾਮ ਨਹੀਂ ਹੈ 1 ਤਰੀਕ ਦਾ ਜਾਂ ਇਸ ਕਿਸਮ ਦਾ ਉੱਧਰ ਨੂੰ ਜਾਣ ਦਾ। ਇਹਦਾ ਮਤਲਬ ਹੈ ਕਿ ਕਈ ਲੀਡਰ ਅਜੇ ਉਹਦੇ ਬਾਰੇ ਸ਼ੋਰ ਨਹੀਂ ਆ, ਉਹਦੇ ਵਿੱਚ ਤਾਲਮੇਲ ਅਜੇ ਬਣੂਗਾ ਔਰ ਉਹਦੇ ਬਾਰੇ ਹੋ ਸਕਦਾ ਇਸ ਐਪੀਸੋਡ ਦੀ ਲਾਈਟ ਵਿੱਚ ਉਹ ਰਿਵਿਊ ਵੀ ਹੋਏ ਕਿ ਜੇ ਜਾਣਾ ਤੇ ਕੀ ਪੈਦਲ ਜਾਣਾ, ਕਿ ਥੋੜੇ ਗਿਣੇ ਚੁਣੇ ਬੰਦਿਆਂ ਨੇ ਜਾਣਾ ਤਾਂ ਕਿ ਉੱਥੇ ਇੱਕ ਡਿਸਿਪਲਿਨ ਰਹਿ ਸਕੇ, ਪਹਿਲਾਂ ਵਾਂਗੂ ਓਪਨ ਕਾਲ ਨਹੀਂ ਦੇਣੀ। ਇਸ ਕਿਸਮ ਦਾ ਕੁਛ ਨਾ ਕੁਛ ਉਹ ਸਟ੍ਰੈਟੇਜਾਈਜ਼ ਕਰਨਾ ਪਊਗਾ ਅੱਜ ਦੇ ਸਾਰੇ ਐਕਸਪੀਰੀਅੰਸ ਦੇ ਮੱਦੇਨਜ਼ਰ। ਹਾਂਜੀ ਸ਼ਹਿਰੀ ਜੀ ਬਿਲਕੁਲ। ਇਹ ਗੱਲ ਵੀ ਪ੍ਰੋਫੈਸਰ ਸਾਹਿਬ ਅਸੀਂ ਦੇਖਣ ਨੂੰ ਮਿਲੀ ਸੀਗੀ ਕਿ ਜਦੋਂ ਕੰਟਰੋਲ ਕਰਨਾ ਸੀਗਾ, ਕਿਉਂਕਿ ਲੋਕ ਇੰਨੇ ਜ਼ਿਆਦਾ ਇਕੱਠੇ ਹੋ ਚੁੱਕੇ ਸੀ, ਬਾਰ-ਬਾਰ ਸਟੇਜ ਤੋਂ ਇਹ ਤਾਕੀਦ ਕੀਤੀ ਜਾ ਰਹੀ ਸੀ ਮਾਰਚ ਤੋਂ ਪਹਿਲਾਂ ਕਿ ਵੀ ਇੰਨਾ ਲੰਬਾ ਜਾਮ ਲੱਗ ਚੁੱਕਿਆ ਹੋਇਆ ਸੀ, ਇੰਨੇ ਲੋਕ ਪਹੁੰਚ ਚੁੱਕੇ ਸੀਗੇ ਕਿ ਬਹੁਤ ਦੂਰ ਤੱਕ, ਜਿੱਥੋਂ ਤੱਕ ਸਿੰਘੂ ਬਾਰਡਰ ਉਸ ਤੋਂ ਬਹੁਤ ਦੂਰ ਤੱਕ ਜਿਹੜਾ ਭੀੜ ਹੋ ਚੁੱਕੀ ਸੀ ਕਿ ਜਿਹੜਾ ਰਸਦ ਪਾਣੀ ਸੀਗਾ ਲੰਗਰ ਵਾਸਤੇ ਸਮਾਨ ਆ ਨਾ ਉਹ ਨਹੀਂ ਅੱਗੇ ਆ ਪਾ ਰਿਹਾ ਸੀਗਾ। ਸੋ ਕਿਸਾਨ ਆਗੂਆਂ ਨੇ ਸੋਨੀਪਤ ਤੱਕ ਲੱਗ ਗਈ ਸੀ ਲਾਈਨ, ਸੋਨੀਪਤ ਤੱਕ ਬਿਲਕੁਲ ਕਿਸਾਨ ਆਗੂਆਂ ਨੇ ਤਾਕੀਦ ਕੀਤੀ ਸਟੇਜ ਤੋਂ ਵੀ ਰਸਤਾ ਦਵੋ, ਥੋੜਾ ਜਿਹਾ ਰਸਤਾ ਬਣਾਓ। ਇੰਨੇ ਲੋਕ ਪਹੁੰਚ ਚੁੱਕੇ ਸੀ ਆਲਰੇਡੀ ਮਾਰਚ ਦੇ ਵਿੱਚ ਹਿੱਸਾ ਬਣਨ ਦੇ ਲਈ। ਸੋ ਨੋ ਡਾਊਟ ਕਿ ਤੁਸੀਂ ਜਿਸ ਤਰੀਕੇ ਨਾਲ ਕਹਿ ਰਹੇ ਹੋ ਵੀ ਜਦੋਂ ਇੰਨਾ ਵੱਡਾ ਇਕੱਠ ਹੁੰਦਾ ਤਾਂ ਥੋੜੀ ਬਹੁਤ ਹਿਲਜੁਲ ਹੋ ਜਾਂਦੀ ਹੈ। ਜਿਹੜੀ ਪ੍ਰੀ ਪਲਾਨਿੰਗ ਕੀਤੀ ਹੋਈ ਸੀ ਥੋੜਾ ਜਿਹਾ ਉਸ ਤੋਂ ਹਿਲਜੁਲ ਹੋ ਗਈ ਹੈ। ਬੱਬੂ ਮਾਨ ਬਕਾਇਦਾ ਅਸੀਂ ਦੇਖਿਆ ਸਟੇਜ ਤੇ ਪਹੁੰਚੇ, ਸਿਰਫ ਉਹ ਇਹੀ ਅਪੀਲ ਕਰਨ ਦੇ ਲਈ ਆਏ ਸੀਗੇ ਨੌਜਵਾਨਾਂ ਨੂੰ। ਬਾਰ-ਬਾਰ ਉਹ ਵੀ ਸਟੇਜ ਤੋਂ ਇਹੀ ਗੱਲ ਕਹਿ ਰਹੇ ਸੀਗੇ ਕਿ ਇਕਜੁੱਟਤਾ ਰੱਖਿਓ ਔਰ ਹੁੱਲੜਬਾਜ਼ੀ 'ਚ ਨਾ ਪਿਓ ਤੇ ਨਾ ਹੀ ਕਿਸੇ ਦੇ ਵੀ ਕਹੇ ਦੇ ਉੱਤੇ ਚੱਲਿਓ। ਜੇ ਤੁਹਾਨੂੰ ਕੋਈ ਕੁਛ ਆ ਕੇ ਭੜਕਾਏ ਜਾਂ ਕੋਈ ਗਲਤ ਗੱਲ ਕਹਿ ਦੇਵੇ ਤਾਂ ਪਹਿਲਾਂ ਆਪਦੇ ਆਗੂਆਂ ਨਾਲ ਗੱਲ ਜ਼ਰੂਰ ਕਰ ਲਿਓ, ਪਰ ਕੋਸ਼ਿਸ਼ ਕਰਿਓ ਕਿ ਜੋ ਪਲਾਨ ਕੀਤਾ ਹੈ ਸ਼ਾਂਤਮਈ ਤਰੀਕੇ ਨਾਲ ਉਸੇ ਤਰੀਕੇ ਨਾਲ ਹੀ ਉੱਥੇ ਜਿਹੜਾ ਕੂਚ ਕਰਿਓ। ਸੋ ਇਹ ਕੋਸ਼ਿਸ਼ ਜਿਹੜੀ ਕੀਤੀ ਗਈ, ਜਿਹਦਾ ਹੁਣ ਜਿਸ ਤਰੀਕੇ ਨਾਲ ਰਾਜੇਸ਼ ਜੀ ਦੱਸ ਰਹੇ ਨੇ ਵੀ 1 ਤਰੀਕ ਨੂੰ ਤਾਂ ਵਾਕਈ ਬਹੁਤ ਖਿਆਲ ਰੱਖਣਾ ਪਏਗਾ ਇਸ ਤਰੀਕੇ ਨਾਲ ਵੀ ਜਾਂ ਤਾਂ ਭੀੜ ਦਾ ਜਿਹੜਾ ਜਮਾਵੜਾ ਜਿਹੜਾ ਉਹ ਘੱਟ ਹੋਵੇ ਜਾਂ ਫਿਰ ਕਿਵੇਂ ਪਲਾਨਿੰਗ ਕੀਤੀ ਜਾਏਗੀ ਸਿੱਖ ਆਗੂਆਂ ਦੀ, ਇਹ ਵੀ ਬੜੀ ਇੰਪੋਰਟੈਂਟ ਚੀਜ਼ ਰਹੇਗੀ। ਰਾਜੇਸ਼ ਜੀ, ਇਸ ਤੋਂ ਇਲਾਵਾ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖੀਏ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਜਿਹੜੇ ਰਾਜਨੀਤਿਕ ਆਗੂ ਨੇ, ਅਸੀਂ ਸੁਣਿਆ ਕਿ ਕੈਪਟਨ ਅਮਰਿੰਦਰ ਸਿੰਘ ਥੋੜੀ ਦੇਰ ਪਹਿਲਾਂ ਇਹ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਦਿੱਲੀ ਦੀ ਤਸਵੀਰ, ਦਿੱਲੀ ਦੇ ਦ੍ਰਿਸ਼ ਜਿਸ ਤਰੀਕੇ ਨਾਲ ਨਜ਼ਰ ਆ ਰਹੇ ਨੇ ਉਹ ਬਿਲਕੁਲ ਹੀ ਗਲਤ ਨੇ। ਜੋ ਕੈਪਟਨ ਸਾਹਿਬ ਨੇ ਕਿਹਾ ਉਹ ਬਿਲਕੁਲ ਹੀ ਗਲਤ ਨੇ, ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ। ਤੇ ਕਿਸਾਨਾਂ ਦੇ ਵਿੱਚ ਵੀ ਜਿਹੜੇ ਲੋਕ ਇਸ ਤਰੀਕੇ ਦੀ ਹਿੰਸਕ ਘਟਨਾ ਜਾਂ ਜਿਸ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਨਜ਼ਰ ਆਏ ਜਾਂ ਜਿਨ੍ਹਾਂ ਨੇ ਖਰਾਬ ਕਰ ਦਿੱਤਾ ਮਾਹੌਲ ਨੂੰ, ਉਹ ਠੀਕ ਨਹੀਂ ਹੈ, ਉਹ ਐਕਸੈਪਟੇਬਲ ਨਹੀਂ ਹੈ। ਇਹ ਕੈਪਟਨ ਸਾਹਿਬ ਨੇ ਕਿਹਾ। ਉਹਨਾਂ ਦੇ ਇਸ ਬਿਆਨ ਦੇ ਮਾਇਨੇ ਜਿਹੜੇ ਨੇ ਉਹ ਕੀ ਕੱਢੇ ਜਾ ਰਹੇ ਨੇ? ਦੇਖੋ ਬਿਲਕੁਲ ਇੱਕ ਚੀਜ਼ ਜਿਹੜੀ ਆ, ਕਿਉਂਕਿ ਕੁਝ ਦਿਨ ਪਹਿਲਾਂ ਹੀ ਜਿਹੜਾ ਬਿੱਟੂ ਤੇ ਹਮਲਾ ਹੋਇਆ ਜਿਹੜਾ ਐਮਪੀ ਤੇ, ਠੀਕ ਹੈ, ਉਹਦੇ ਵਿੱਚ ਵੀ ਉਹ ਵੀ ਚੀਜ਼ ਜਿਹੜੀ ਆ ਕਿਤੇ ਨਾ ਕਿਤੇ ਕਾਂਗਰਸ ਦੇ ਮਾਈਂਡ ਦੇ ਵਿੱਚ ਉਹ ਚੀਜ਼ ਹੈਗੀ ਹੈ। ਹਾਲਾਂਕਿ 3 ਜਿਹੜੇ ਮੇਨ ਆਗੂ ਸਨ ਉਸ ਵੇਲੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ, ਤਾਂ ਕਾਂਗਰਸ ਨੂੰ ਉਹ ਵੀ ਇੱਕ ਝਟਕਾ ਸੀਗਾ। ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਜਿਹੜਾ ਹੈ ਉਹ ਉਸ ਰੌਸ਼ਨੀ ਦੇ ਵਿੱਚ ਵੀ ਹੋ ਸਕਦਾ ਹੈ। ਦੂਸਰੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਲੇਟ ਬਿਆਨ ਦਿੱਤਾ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ, ਲੋਕਾਂ ਨੂੰ ਤਾਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਹਦੇ ਬਾਰੇ ਕੀ ਸੋਚਦੇ ਨੇ, ਕੀ ਬਿਆਨ ਦਿੰਦੇ ਨੇ। ਪਰ ਉਸ ਤੋਂ ਪਹਿਲਾਂ ਜਿਹੜੇ ਕੁਝ ਕਿਸਾਨ ਆਗੂਆਂ ਦੇ ਬਿਆਨ ਆਏ, ਉਹ ਕਿਸਾਨ ਆਗੂ ਖੁਦ ਇਸ ਨੂੰ ਕਹਿ ਰਹੇ ਨੇ ਕਿ ਬਹੁਤ ਮੰਦਭਾਗਾ ਹੈ, ਬਹੁਤ ਮਾੜਾ ਹੈ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ ਕਿ ਇਹ ਵਾਕਿਆ ਹੀ ਬਹੁਤ ਮਾੜਾ ਹੈ, ਇੰਜ ਨਹੀਂ ਹੋਣਾ ਚਾਹੀਦਾ ਸੀ।
ਕੁਝ ਕਿਸਾਨ ਆਗੂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਲੋਕ ਉਹਨਾਂ ਦੀ ਜਥੇਬੰਦੀਆਂ ਨਾਲ ਸੰਬੰਧਿਤ ਨੇ ਉਹਨਾਂ ਦੀ ਜ਼ਿੰਮੇਵਾਰੀ ਤੇ ਉਹ ਲੈ ਸਕਦੇ ਨੇ, ਪਰ ਜਿਹੜੇ ਲੋਕ ਉਹਨਾਂ ਦੀ ਜਥੇਬੰਦੀਆਂ ਨਾਲ ਸੰਬੰਧਿਤ ਹੀ ਨਹੀਂ, ਜਿਹੜੇ ਲੋਕ ਹੋ ਸਕਦਾ ਅੱਜ ਕੱਲ ਦੇ ਵਿੱਚ ਹੀ ਆਏ ਹੋਣ, ਉਹਨਾਂ ਦੀ ਉਹ ਜ਼ਿੰਮੇਵਾਰੀ ਕਿਵੇਂ ਲੈ ਸਕਦੇ ਨੇ। ਇਹ ਗੱਲ ਕਾਫੀ ਹੱਦ ਤੱਕ ਠੀਕ ਵੀ ਹੈ ਕਿ ਹੁਣ ਇੱਕ ਮੈਂ ਦਾਅਵੇ ਨਾਲ ਕਹਿਣਾ ਕਿ ਜਿਹੜੇ ਲੋਕ ਉੱਥੇ ਪਹੁੰਚੇ ਨੇ, ਜਿਹੜੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਤਿਰੰਗੇ ਝੰਡੇ ਸੀ, ਜਦੋਂ ਲਾਲ ਕਿਲੇ ਤੇ ਵੀ ਪਹੁੰਚੇ ਤਿਰੰਗੇ ਝੰਡੇ ਜਿਹੜੇ ਉਹ ਲਹਿਰਾਉਂਦੇ ਨਜ਼ਰ ਆਏ, ਕਿਤੇ ਵੀ ਉਹ ਤਿਰੰਗੇ ਦੀ ਬੇਅਦਬੀ ਕਰਦੇ ਨਜ਼ਰ ਨਹੀਂ ਆਏ, ਕਿਤੇ ਵੀ ਅਜਿਹਾ ਸੀਨ ਜਿਹੜਾ ਦੇਖਣ ਨੂੰ ਨਹੀਂ ਮਿਲਿਆ। ਪਰ ਇੱਕ ਜੋਸ਼, ਇੱਕ ਭਾਵਨਾਤਮਕ ਜੋਸ਼ ਜਿਹੜਾ ਸੀਗਾ ਉਹ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜ਼ਰੂਰ ਸੀਗਾ, ਜਿਸ ਦੇ ਵਹਿਣ ਦੇ ਵਿੱਚ ਇਹ ਸਾਰਾ ਕੁਝ ਹੋਇਆ। ਕਿਤੇ ਨਾ ਕਿਤੇ ਇਹ ਵੀ ਲੱਗ ਰਿਹਾ ਸੀਗਾ ਕਿ ਉਹ ਇਸ ਵੇਲੇ ਉਹਨਾਂ ਨੂੰ ਜਿਹੜੀ ਦਿਸ਼ਾ ਦਿੱਤੀ ਗਈ ਹੈ ਉਹ ਕੌਣ ਲੀਡਰ ਦੇ ਰਿਹਾ, ਕਿ ਇਹ ਜਿਸ ਥਾਂ ਤੇ ਉਹ ਮੌਜੂਦ ਨੇ ਉਹ ਦਿਸ਼ਾ ਹੀ ਜਾਪ ਰਹੀ ਸੀ ਕਿ ਕਿਹੜਾ ਉਹਨਾਂ ਨੂੰ ਆਗੂ ਇੱਥੇ ਹੁਣ ਤੋਰ ਰਿਹਾ, ਕਿ ਕੌਣ ਇਹਨਾਂ ਨੂੰ ਲੀਡ ਕਰ ਰਿਹਾ, ਕੌਣ ਗਾਈਡ ਕਰ ਰਿਹਾ, ਕੀ ਕਰ ਰਿਹਾ। ਇਹ ਚੀਜ਼ਾਂ ਜਿਹੜੀਆਂ ਬੜੀਆਂ ਖਿੰਡੀਆਂ ਹੋਈਆਂ ਜਿਹੀਆਂ ਨਜ਼ਰ ਆ ਰਹੀਆਂ ਸਨ। ਇਹ ਤਮਾਮ ਚੀਜ਼ਾਂ ਜਿਹੜੀਆਂ ਨੇ ਇਹ ਵਿਚਾਰਨ ਵਾਲੀਆਂ ਨੇ ਕਿ ਕਿਸਾਨ ਆਗੂ ਇਸ ਨੂੰ ਕਿਵੇਂ ਲੈਂਦੇ ਨੇ, ਕਿਵੇਂ ਇਸ ਨੂੰ ਸੋਚਦੇ ਨੇ, ਕਿਵੇਂ ਵਿਚਾਰਦੇ ਨੇ। ਹੁਣ ਜਿਵੇਂ ਕਿ ਮੈਂ ਪਹਿਲੋਂ ਕਿਹਾ, ਸਿਰਫ ਤੇ ਸਿਰਫ ਇੱਕ ਦੂਜੇ ਤੇ ਦੁਸ਼ਮਣਬਾਜ਼ੀ ਹੋ ਰਹੀ ਹੈ। ਵੈਦ ਸਾਹਿਬ ਜਿੱਦਾਂ ਕਹਿ ਰਹੇ ਨੇ ਕਿ ਐਡਾ ਵੱਡਾ ਅੰਦੋਲਨ ਹੈ, ਵਾਕਿਆ ਅੰਦੋਲਨ ਬਹੁਤ ਵੱਡਾ, ਘੋਲ ਬਹੁਤ ਵੱਡਾ ਹੈ, ਉਸ ਦੇ ਵਿੱਚ ਛੋਟੀਆਂ ਮੋਟੀਆਂ ਕੁਤਾਹੀਆਂ ਜਿਹੜੀਆਂ ਹੋਣੀਆਂ ਉਹ ਲਾਜ਼ਮੀ ਨੇ, ਹੋ ਜਾਂਦੀਆਂ ਨੇ, ਪਰ ਉਹ ਚੀਜ਼ ਨਹੀਂ ਹੋਣੀ ਚਾਹੀਦੀ ਸੀ ਕਿ ਜਿਹੜੀ ਇੱਕ ਪਲੈਨਿੰਗ ਕੀਤੀ ਹੈ, ਕਿਉਂਕਿ ਇਹ ਵਾਰ-ਵਾਰ ਕਿਸਾਨ ਆਗੂਆਂ ਵੱਲੋਂ ਇਹ ਸਟੇਟ ਕੀਤਾ ਜਾ ਰਿਹਾ ਸੀਗਾ ਕਿ ਅਜਿਹੀਆਂ ਚੀਜ਼ਾਂ ਹੋ ਸਕਦੀਆਂ ਨੇ, ਤੁਹਾਨੂੰ ਗਲਤ ਪਾਸੇ ਵੱਲ ਲਾਇਆ ਜਾ ਸਕਦਾ ਹੈ। ਉਹ ਗਲਤ ਪਾਸੇ ਵੱਲ ਨਹੀਂ ਲੱਗਣਾ, ਕਿਉਂਕਿ ਜੇ ਜਰਾ ਜੀ ਵੀ ਹਿੰਸਾ ਆ ਗਈ ਤਾਂ ਉਹ ਕਿਤੇ ਨਾ ਕਿਤੇ ਜਿਹੜਾ ਇਸ ਅੰਦੋਲਨ ਨੂੰ ਢਾਹ ਲਾਏਗੀ। ਇਹੀ ਚੀਜ਼ ਤਾਂ ਸਮਝਾਈ ਜਾ ਰਹੀ ਸੀ ਵਾਰ-ਵਾਰ, ਹੋਰ ਤੇ ਕੁਝ ਨਹੀਂ ਸੀ ਕਿਹਾ ਜਾ ਰਿਹਾ। ਪਰ ਉਸਦੇ ਬਾਵਜੂਦ ਉਸ ਰੂਟ ਪਲਾਨ ਤੋਂ ਹਟ ਕੇ, ਔਰ ਸਭ ਤੋਂ ਵੱਡੀ ਗੱਲ ਹੈ ਕਿ ਹਜੇ ਉਧਰ ਪਰੇਡ ਖਤਮ ਹੀ ਨਹੀਂ ਸੀ ਹੋਈ, ਇੱਧਰ ਐਂਟਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਇਹ तमाम ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਅਗੇਂਸਟ ਗਈਆਂ, ਔਰ ਇਹ ਵੀ ਹੁਣ ਦੋਸ਼ ਲਾਏ ਜਾ ਰਹੇ ਨੇ, ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਏਜੰਸੀਆਂ ਦੇ ਬੰਦੇ ਵੀ ਹੋ ਸਕਦੇ ਨੇ ਸ਼ਾਮਲ। ਜਿੱਦਾਂ ਇੱਕ ਐਗਜ਼ਾਮਪਲ ਵੀ ਦਿੱਤੀ ਜਾ ਰਹੀ ਹੈ ਕਿ ਕਿਸ ਢੰਗ ਨਾਲ ਉਹਨੇ ਪੋਲ ਤੇ ਚੜ ਕੇ ਬੜਾ ਸਮਾਂ ਲਾਇਆ ਤੇ ਉੱਥੇ ਆਪਣਾ ਜਿਹੜਾ ਸੀਗਾ ਕੇਸਰੀ ਝੰਡਾ ਜਿਹੜਾ ਲਹਿਰਾਇਆ ਉੱਥੇ। ਇਹ ਵੀ ਚੀਜ਼ਾਂ ਜਿਹੜੀਆਂ, ਇਹ तमाम ਚੀਜ਼ਾਂ ਜਿਹੜੀਆਂ ਬਹੁਤ ਗਹਿਨਤਾ ਨਾਲ ਸੋਚ ਵਿਚਾਰ ਵਾਲੀਆਂ ਗੱਲਾਂ ਨੇ। ਜੇ ਅਸੀਂ ਰਸਤਾ ਨਾ ਭਟਕੇ ਹੁੰਦੇ, ਜੇ ਅਸੀਂ ਡਾਇਵਰਸ਼ਨ ਜਿਹੜੀ ਦਿੱਤੀ ਗਈ ਹੈ ਉਹ ਡਾਇਵਰਸ਼ਨ ਨੂੰ ਭੁੱਲ ਕੇ ਸਿੱਧੇ ਪਾਸੇ ਵੱਜਣ ਦੀ ਕੋਸ਼ਿਸ਼ ਨਾ ਕਰਦੇ, ਤਾਂ ਹੋ ਸਕਦਾ ਹੈ ਇਹ ਚੀਜ਼ਾਂ ਜਿਹੜੀਆਂ ਅੱਜ ਅਸੀਂ ਇਸ ਬਾਰੇ ਬਹਿਸ ਨਾ ਕਰ ਰਹੇ ਹੁੰਦੇ, ਅੱਜ ਮੁੱਦਾ ਕੁਝ ਹੋਰ ਹੁੰਦਾ। ਮੁੱਦਾ ਇਹ ਹੁੰਦਾ ਕਿ ਲਓ ਵੀ ਹੁਣ ਦੱਸੇ ਮੋਦੀ, ਹੁਣ ਗੱਲ ਕਰੇ ਮੋਦੀ, ਹੁਣ ਜਵਾਬ ਦੇਵੇ ਅਮਿਤ ਸ਼ਾਹ, ਉਹ ਚੀਜ਼ ਹੋਰ ਹੁੰਦੀ। ਪਰ ਹਾਲੇ ਵੀ ਜਿਹੜਾ ਹੈ ਉਹ ਇਸ ਚੀਜ਼ ਨੂੰ ਸੰਭਾਲਿਆ ਜਾ ਸਕਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਵਾਕਿਆ ਹੀ ਇਹ ਲੋਕ ਜਿਹੜੇ, ਇਹ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਨੇ ਕੋਈ ਇੰਟੈਂਸ਼ਨ ਮਾੜੀ ਹੈ ਆਪਣੇ ਦੇਸ਼ ਵਾਸਤੇ, ਆਪਣੀ ਕੰਟਰੀ ਵਾਸਤੇ। ਕਿਉਂਕਿ ਬਹੁਤ ਸਾਰੇ ਨੌਜਵਾਨਾਂ ਨੇ ਉੱਥੇ ਲਾਈਵ ਹੋ ਕੇ ਵੀ ਇਹ ਗੱਲ ਕਹੀ ਕਿ ਉਹ ਝੰਡੇ ਦਾ ਸਨਮਾਨ ਕਰਦੇ ਨੇ, ਝੰਡੇ ਨੂੰ ਉਹਨਾਂ ਨੇ ਹਿਲਾਇਆ ਤੱਕ ਨਹੀਂ, ਉਹਨੂੰ ਹੱਥ ਤੱਕ ਨਹੀਂ ਲਾਇਆ, ਉਹਨਾਂ ਨੇ ਸਿਰਫ ਆਪਣਾ ਜਿਹੜਾ ਸੀਗਾ ਕੇਸਰੀ ਝੰਡਾ ਸੀ, ਜਿਹੜਾ ਇੱਕ ਵੱਡਾ ਨਿਸ਼ਾਨ ਹੈ ਪੰਥ ਦਾ, ਉਸਨੂੰ ਲਹਿਰਾਇਆ ਉਹਨਾਂ ਨੇ, ਬਸ ਹੋਰ ਕੁਝ ਨਹੀਂ ਕੀਤਾ। ਪਰ ਮੈਂ ਵਾਰ-ਵਾਰ ਉੱਥੇ ਹੀ ਆਉਣਾ ਚਾਹਾਂਗਾ ਕਿ ਇਹ ਜੇ ਅਸੀਂ ਇਕੱਠੇ ਹੋ ਕੇ ਚੱਲਦੇ, ਇੱਕੋ ਲੀਹਾਂ ਤੇ ਚੱਲਦੇ, ਇੱਕੋ ਪਲੈਨਿੰਗ ਨਾਲ ਚੱਲਦੇ ਕਿਤੇ, ਤਾਂ ਫਿਰ ਇਹ ਗੱਲਾਂ ਨਹੀਂ ਸੀ ਹੋਣੀਆਂ। ਪ੍ਰੋਫੈਸਰ ਸਾਹਿਬ ਸਹਿਮਤ ਹੋ ਜੀ? ਦੇਖੋ, ਗੱਲ ਇਹ ਹੈ ਕਿ ਜਿਹੜੀਆਂ ਕਿਸਾਨ ਯੂਨੀਅਨ ਆ, ਮੈਂ ਤਾਂ ਬੜੀ ਦੇਰ ਦਾ ਜਾਣਦਾ, ਬਹੁਤ ਸਾਰੇ ਲੀਡਰ ਤੇ ਮੇਰੇ ਵੇਲੇ ਸਟੂਡੈਂਟ ਸੀ, ਮੈਂ ਵੀ ਸਟੂਡੈਂਟ ਸੀ, ਉਹਨਾਂ ਨੂੰ ਵੀ ਜਾਣਦਾ ਕਿ ਉਹ ਆਪਣੇ ਮੈਂਬਰਾਂ ਦੀਆਂ ਜਾਂ ਮੈਂਬਰਾਂ ਦੇ ਗਾਂ ਦੋਸਤਾਂ ਦੀ ਜ਼ਿੰਮੇਵਾਰੀ ਤੇ ਲੈ ਸਕਦੇ ਆ ਜਦੋਂ ਸਮੁੱਚੀ ਜਨਤਾ ਕਿਸੇ 'ਚ ਸ਼ਾਮਲ ਹੋ ਜੇ। ਤੁਹਾਨੂੰ ਪਤਾ ਕਿ ਇਹ ਗੱਲ ਦਾ ਉੱਥੇ ਕਿਹਾ ਜਾ ਰਿਹਾ ਸੀ ਕਿ 1 ਲੱਖ ਟਰੈਕਟਰ ਇਕੱਲੇ ਹਰਿਆਣੇ 'ਚੋਂ ਐਂਟਰ ਕਰ ਰਿਹਾ, 80,000 ਟਰੈਕਟਰ ਪੰਜਾਬ 'ਚੋਂ ਐਂਟਰ ਕਰ ਰਿਹਾ। 1 ਕਿਲੋਮੀਟਰ 'ਚ 125 ਤੋਂ ਜੇ ਵੱਧ ਤੋਂ ਵੱਧ ਵੀ 150 ਤੋਂ ਵੱਧ ਟਰੈਕਟਰ ਨਹੀਂ ਚੱਲ ਸਕਦਾ, ਖੜਾ ਹੋਣਾ ਵੀ ਮੁਸ਼ਕਿਲ ਆ। ਤੁਸੀਂ ਜੇ ਉੱਥੇ 1.5 ਲੱਖ ਟਰੈਕਟਰ ਆ ਤੇ ਉਹਨੂੰ ਗੁਣਾ ਕਰਕੇ ਦੇਖ ਲਓ ਕਿ ਕਿੰਨੇ 100 ਕਿੰਨੇ ਹਜ਼ਾਰ ਕਿਲੋਮੀਟਰਾਂ ਦੇ ਤੱਕ ਉਹਨਾਂ ਨੂੰ ਜਗ੍ਹਾ ਚਾਹੀਦੀ ਸੀ ਇਹਨਾਂ ਨੂੰ ਖੜੇ ਹੋਣ ਲਈ। ਇਹ ਛੋਟੀ ਸਕੇਲ ਨਹੀਂ ਸੀ, ਏਡਾ ਅਨਪ੍ਰੈਸੀਡੈਂਟਡ ਸਕੇਲ ਸੀ। ਅਸੀਂ ਲੀਡਰਾਂ ਨੂੰ ਮਿਲੇ ਉੱਥੇ ਜਾ ਕੇ, ਕਿਸੇ ਨਾਲ ਇੰਟਰਵਿਊ ਗੱਲਬਾਤ ਕੀਤੀ ਵੀ ਐਡਾ ਵੱਡਾ ਜਮਾਵੜਾ ਹੋ ਰਿਹਾ, ਪਿੱਛੋਂ ਤੂਫਾਨ ਚੜ੍ਹਦਾ ਆ ਰਿਹਾ ਹਨੇਰੀ ਵਾਂਗੂ, ਤੇ ਇਹਨੂੰ ਥੰਮੋਗੇ ਕਿਵੇਂ? ਤੁਹਾਡੇ ਕੋਲ ਕਿਹੜੇ ਤੁਸੀਂ ਖਾਸ ਮਸ਼ੀਨਾਂ ਲਾਈਆਂ ਕਿ ਉਹਨੂੰ ਥੰਮ ਕੇ ਤੇ ਆਰਗੇਨਾਈਜ਼ ਕਰਕੇ ਤੇ ਡਾਇਰੈਕਸ਼ਨ ਤੇ ਲੈ ਜਾਣਗੇ? ਉਹ ਕਹਿੰਦੇ ਵੀ ਦੇਖੋ ਅਸੀਂ ਤੇ ਬਥੇਰਾ 2 ਮਹੀਨੇ ਕਰਲਾਉਂਦਿਆਂ ਨੂੰ ਹੋ ਗਿਆ, ਕਹਿ ਰਹੇ ਹਾਂ, ਸਮਝਾ ਰਹੇ ਹਾਂ, ਲੋਕ ਸਾਡੇ ਮੰਨਦੇ ਵੀ ਹੈ
ਜਿਹੜਾ ਨਵਾਂ ਯੂਥ ਉੱਥੇ ਸੁਣ ਕੇ ਭਾਵੁਕ ਹੋਇਆ ਉਹਦੇ ਬਾਰੇ ਅਸੀਂ ਤੇ ਰੱਬ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਕਿ ਉਹਨੂੰ ਸ਼ਾਂਤੀ ਬਖਸ਼ੇ, ਰੱਬ ਉਹਨੂੰ ਕੋਈ ਨਾ ਕੋਈ ਉੱਥੇ ਇਹੋ ਜਿਹੀ ਸਦਬੁੱਧੀ ਦੇ ਕਿ ਉਹ ਬਹੁਤ ਭੜਕਾਹਟ 'ਚ ਨਾ ਆਉਣ। ਤੇ ਇਸ ਗੱਲੋਂ ਤੇ ਅਸੀਂ ਵੀ ਪੂਰੇ ਜਾਣੀ ਇੰਝ ਡਟ ਕੇ ਨਹੀਂ ਕਹਿ ਸਕਦੇ ਕਿ ਹਰ ਉਹ ਚੀਜ਼ ਉਸੇ ਤਰੀਕੇ ਨਾਲ ਹੀ ਚੱਲੂਗੀ ਜਿਸ ਤਰੀਕੇ ਨਾਲ ਅਸੀਂ ਚਲਾਉਣਾ ਚਾਹੁੰਦੇ। ਇਹ ਉਹਨਾਂ ਦੇ ਮਨ 'ਚ ਇੱਕ ਦਿਨ ਪਹਿਲਾਂ ਵੀ ਮਾੜਾ, 2-3 ਦਿਨ ਪਹਿਲਾਂ ਮਾੜਾ ਸ਼ੰਕਾ ਸੀਗਾ, ਉਹ ਸਾਨੂੰ ਵੀ ਸ਼ੰਕਾ, ਸਾਰਿਆਂ ਨੂੰ, ਕਿਸੇ ਨੂੰ ਵੀ ਹੋਊਗਾ। ਇੱਕ ਬਰਾਤ ਤੇ ਜਦੋਂ ਜਾਂਦੇ ਆ ਉੱਥੇ ਵੀ 2-4 ਬੰਦੇ ਰੁੱਸ ਕੇ ਜਿਹੜੇ ਆ ਇੱਧਰ ਉੱਧਰ ਜ਼ਰੂਰ ਹੁੰਦੇ ਆ। ਤੁਹਾਨੂੰ ਦੇਖਦੇ ਆ ਜਦੋਂ ਵੀ ਬਰਾਤਾਂ ਪੁਰਾਣੀਆਂ ਜਾਂਦੇ, ਜੇ 1-2 ਬੰਦੇ ਰੁੱਸਣ ਨਾ ਉਹ ਸ਼ਗਨ ਪੂਰਾ ਨਹੀਂ ਸੀ ਹੁੰਦਾ। ਇਹ ਸਮਝ ਲਓ ਕਿ ਏਡੀ ਵੱਡੀ ਜਿਹੜੀ ਕਿਸਾਨਾਂ ਦਾ ਇੱਕ ਜਮਾਵੜਾ, ਐਡਾ ਵੱਡਾ ਇਕੱਠ ਸਮੁੰਦਰ ਜਿਹੜਾ ਚੱਲਿਆ ਸੀ, ਉਹਦੇ ਚੋਂ ਜਿਹੜੇ ਨਿਖੜ ਕੇ ਥੋੜੇ ਜਿਹੇ ਲੋਕ ਗਏ ਆ, ਉਸ ਨੂੰ 2 ਤਰੀਕੇ ਨਾਲ ਦੇਖਿਆ ਜਾ ਸਕਦਾ। ਇੱਕ ਤੇ ਐਂ ਆ ਕਿ ਜੋਸ਼ ਜਿਹੜੇ ਕਿ ਆਪਣੇ ਆਪ 'ਚ ਇੱਕ ਸੱਚਾਈ ਹੈਗੀ ਆ, ਉਹਦੇ ਨਾਲੋਂ ਵੀ ਵੱਡੀ ਗੱਲ ਕਿ ਸਰਕਾਰ ਵੱਲੋਂ ਕਿਸੇ ਵੀ ਤਰੀਕੇ ਨਾਲ ਇਹੋ ਜਿਹੀ ਜਿਹੜੀ ਕੋਈ ਹਰਕਤ ਸੀ ਜਿਹਦੇ ਨਾਲ ਕੋਈ ਵਾਇਲੈਂਸ ਹੋ ਜਾਏ, ਉਸ ਨੂੰ ਰੋਕਣ ਦੀ ਸੰਜੀਦਾ ਢੰਗ ਨਾਲ ਕੋਸ਼ਿਸ਼ ਨਹੀਂ ਕੀਤੀ ਗਈ। ਰਾਦਰ ਸਗੋਂ ਅਲਾਓ ਕੀਤਾ ਗਿਆ ਤਾਂ ਕਿ ਇਸ ਦਾ ਬਹਾਨਾ ਪਾ ਕੇ ਉਹ ਕੱਲ ਨੂੰ ਕਿਸਾਨਾਂ ਦੇ ਉੱਤੇ ਇਹ ਹਮਲਾਵਰ ਆਪਣਾ ਐਟੀਟਿਊਡ ਬਣਾ ਸਕਣ ਔਰ ਮੰਗਾਂ ਮੰਨਣ ਨੂੰ ਹੋਰ ਦੇਰੀ ਕਰ ਸਕਣ। ਔਰ ਪਾਰਲੀਮੈਂਟ ਦੇ ਅੰਦਰ ਜਿਹੜੀ 29 ਜਨਵਰੀ ਨੂੰ ਸ਼ੁਰੂ ਹੋਣੀ ਆ, ਉਹਦੇ ਅੰਦਰ ਵਿਰੋਧੀਆਂ ਦਾ ਮੂੰਹ ਵੀ ਬੰਦ ਕਰ ਸਕਣ ਕਿ ਜਿਨ੍ਹਾਂ ਦੇ ਤੁਸੀਂ ਇੰਨੇ ਚਹੇਤੇ ਬਣੇ ਸੀ, ਕਿਸਾਨ ਕਰਦੇ ਸੀ, ਆਹ ਦੇਖੋ ਉਹਨਾਂ ਨੇ ਲਾਲ ਕਿਲੇ 'ਚ ਕੀ ਕਰਤਾ। ਇਹੋ ਜਿਹੀਆਂ ਗੱਲਾਂ ਕਰਨ ਲਈ ਉਹਨਾਂ ਨੇ ਕਿਉਂਕਿ ਕਿਤੇ ਨਾ ਕਿਤੇ ਪ੍ਰੋਫੈਸਰ ਸਾਹਿਬ ਕਿਤੇ ਨਾ ਕਿਤੇ ਤਾਂ ਸਰਕਾਰ ਵੀ ਡਰੀ ਸੀ ਨਾ ਕਿ ਹਿਸਟਰੀ ਦੇ ਵਿੱਚ ਜਦੋਂ 72ਵੇਂ ਗਣਤੰਤਰ ਦਿਵਸ ਦੀ ਗੱਲ ਉਕਰੀ ਜਾਏਗੀ ਜਾਂ ਤਸਵੀਰ ਆਏਗੀ ਤਾਂ ਉਹ ਕਿਸ ਤਰ੍ਹਾਂ ਦੀ ਹੋਏਗੀ। ਸੋ ਕਿਤੇ ਨਾ ਕਿਤੇ ਤਾਂ ਉਹ ਵੀ ਡਰੇ ਹੋਏ ਸੀ। ਡਰੇ ਹੋਏ ਤੇ ਸਰਕਾਰ ਛੱਡ ਜਾਣ, ਫਿਰ ਗੁਜਰਾਤ ਚਲੇ ਜਾਣ ਵਾਪਸ। ਅਸੀਂ ਆਪੇ ਹੋਰ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਹੀਂ ਮਿਲਣਗੇ, ਹੋਮ ਮਿਨਿਸਟਰ ਨਹੀਂ ਮਿਲੂਗਾ। ਇਹ ਕਿਹੜੀ ਗੱਲ ਨਹੀਂ ਹੈ। ਜੇ ਤੁਸੀਂ ਇਹ ਸਗੋਂ ਇੰਨਾ ਸਾਨੂੰ, ਮੈਂ ਸੱਚੀ ਗੱਲ ਹੈ, ਸਾਨੂੰ ਬੜਾ ਗੁੱਸਾ ਆ ਔਰ ਬੜੇ ਅਸੀਂ ਨਿਰਾਸ਼ ਤੇ ਅਦਾਸ ਹਾਂ ਕਿ ਇੱਕ ਪ੍ਰਧਾਨ ਮੰਤਰੀ ਹੋਵੇ ਪਾਪੂਲਰ ਗਵਰਨਮੈਂਟ ਦਾ ਔਰ ਜਾ ਕੇ ਤੇ ਕਿਤੇ ਮੂੰਹ ਤੱਕ ਨਾ ਵੇਖੇ ਕਿਤੇ ਐਡੇ ਵੱਡੇ ਕਿਸਾਨ ਅੰਦੋਲਨ ਦਾ ਕਿਹਨੇ ਬਾਤ ਪੁੱਛੀ ਆ। ਇਹ ਤੇ ਸ਼ੁਕਰ ਕਰੋ ਕਿ ਕਿਸਾਨਾਂ ਦੀ ਹਿੰਮਤ ਤੇ ਮਿਹਨਤ ਦੇ ਨਾਲ ਉਹ ਕੁਝ ਨਹੀਂ ਹੋਇਆ ਜੋ ਕੁਝ ਹੋ ਸਕਦਾ ਸੀ। ਥੋੜਾ ਧੱਕਾ ਆਇਆ ਕਿਤੇ ਲੋਕਾਂ ਦੇ ਨਾਲ, 150 ਤੋਂ ਉੱਪਰ 160 ਦੇ ਕਰੀਬ ਉੱਥੇ ਮੌਤਾਂ ਹੋ ਚੁੱਕੀਆਂ, ਸ਼ਹੀਦ ਹੋ ਚੁੱਕੇ ਆ, ਲਾਸ਼ਾਂ ਜਾ ਰਹੀਆਂ, ਅੱਜ ਤੱਕ ਹੋ ਗਈਆਂ। ਅੱਜ ਵੀ ਇੱਕ ਹੋਰ ਕਿਸੇ ਜਾਨ ਦੀ ਕੋਈ ਕੀਮਤ ਕਦਰ ਕੋਈ ਇਹਨਾਂ ਲਈ ਹੈ ਨਹੀਂ ਹੈਗੀ। ਕਿੱਥੇ ਕੋਈ ਪ੍ਰਧਾਨ ਮੰਤਰੀ ਦਾ ਮੂੰਹ ਨਹੀਂ ਖੋਲਦਾ ਕਿ ਮੈਨੂੰ ਬੜਾ ਅਫਸੋਸ ਹੈ, ਕਦੀ ਟੁੱਟ ਜਾਏ ਮੂੰਹ, ਕਦੀ ਕੋਈ ਗੱਲ ਨਹੀਂ ਹੁੰਦੀ। ਇਸ ਲਈ ਮੇਰੀ ਬੇਨਤੀ ਇਹ ਹੈ ਕਿ ਸਾਨੂੰ ਇਹ ਇੱਕ ਲੋਕਤੰਤਰ ਹੈਗਾ ਜਿਹਦੇ ਚ ਲੋਕ ਇਸ ਗੱਲ ਦੀ ਉਮੀਦ ਕਰਦੇ ਆ ਕਿ ਉਹਨਾਂ ਦੇ ਲੀਡਰਾਂ ਦੇ ਦਿਲਾਂ ਅੰਦਰ ਉਹਨਾਂ ਪ੍ਰਤੀ ਚਿੰਤਾ ਤੇ ਦਰਦ ਹੈਗਾ, ਕੋਈ ਉਹਨਾਂ ਦੇ ਭਾਵਨਾ ਹੈਗੀਆਂ। ਇੱਥੇ ਤੇ ਪੱਥਰ ਦਿਲ ਹੋਏ ਪਏ ਆ, ਕੋਈ ਕਿਸੇ ਨੂੰ ਪੁੱਛਦਾ ਨਹੀਂ ਹੈ। ਤੇ ਫਿਰ ਜਦੋਂ ਲੋਕ ਤੁਸੀਂ ਉਹਨਾਂ ਦੀ ਬਾਤ ਹੀ ਨਹੀਂ ਪੁੱਛੋਗੇ ਕੰਟੀਨਿਊਸਲੀ, ਉਲਟਾ ਤੁਸੀਂ 11 ਮੀਟਿੰਗਾਂ ਕਰਕੇ ਤੇ ਉੱਠ ਕੇ ਮੂੰਹ ਬਣਾ ਕੇ ਨਿਕਲ ਜਾਂਦੇ ਅਖੀਰ ਦੇ ਵਿੱਚ ਕਿ ਸਾਡੇ ਕੋਲੋਂ ਨਹੀਂ ਕੁਛ ਹੋ ਸਕਦਾ, ਸਾਡੀ ਗੱਲ ਨਹੀਂ ਮੰਨਦੇ। ਇਸ ਤਰ੍ਹਾਂ ਲੋਕਤੰਤਰ ਘੱਟੋ ਘੱਟ ਨਹੀਂ ਚੱਲਦਾ। ਨਾ ਲੋਕਤੰਤਰਕ ਲੀਡਰ ਇਹੋ ਜਿਹੇ ਹੁੰਦੇ। ਮੈਂ ਤੇ ਬੜੀ ਵਾਰੀ ਕਹਿਣਾ ਕਿ ਇਹਨਾਂ ਲੀਡਰਾਂ ਨੂੰ, ਜਿਹੜੇ ਆ ਵੱਡੇ ਲੀਡਰ ਆ ਉੱਪਰ ਵਾਲੇ 2-4 ਲੀਡਰ, ਇਹਨਾਂ ਨੂੰ 6 ਮਹੀਨੇ ਸਰਕਾਰੀ ਖਰਚੇ ਤੇ ਇੰਗਲੈਂਡ 'ਚ ਦੀ ਪਾਰਲੀਮੈਂਟ 'ਚ ਬਿਠਾਓ। ਉੱਥੇ ਰੋਜ਼ ਲੋਕਾਂ ਨੂੰ ਜਾ ਕੇ ਦੇਖਣ ਕਿ ਕਿਵੇਂ ਉਹ ਆਪਣੀਆਂ ਪ੍ਰੋਸੀਡਿੰਗ ਕਰਦੇ ਆ, ਕਿਵੇਂ ਵਿਚਰਦੇ ਆ, ਕਿਵੇਂ ਇੱਕ ਦੂਜੇ ਨੂੰ ਸੁਣਦੇ ਆ, ਕਿਵੇਂ ਕਿਸੇ ਦੇ ਮਾਈਕ ਨਹੀਂ ਮਾਰਦੇ। ਇਸ ਕਰਕੇ ਤੇ ਕਿਵੇਂ ਉਹ ਲੰਮਾ ਸਮਾਂ ਆਪਣੀ ਪਾਰਲੀਮੈਂਟ ਦੇ ਜਿੰਦਰੇ ਖੋਲ ਕੇ ਰੱਖਦੇ ਆ। ਇਹ ਨਹੀਂ ਕਿ ਬਜਟ ਪਾਸ ਕਰਨ ਲਈ ਇੱਕ ਦਿਨ ਖੋਲ ਕੇ ਮਗਰੋਂ ਘਰ ਚਲੇ ਗਏ, ਆਪਣਾ ਬਸਤਾ ਚੁੱਕ ਕੇ ਮਗਰੋਂ ਆ ਗਏ, 6 ਮਹੀਨੇ ਬਾਅਦ ਇੱਕ ਸੈਸ਼ਨ ਹੀ ਆਫ ਕਰਤਾ, ਪਹਿਲੇ ਹੀ ਪਾਰਲੀਮੈਂਟ ਲੱਗਦੀ ਨਹੀਂ। ਇਹ ਕੰਮ ਪਾਰਲੀਮੈਂਟਰੀ ਜਿਹੜਾ ਸਿਸਟਮ ਹੈ ਉਹਦਾ ਨਹੀਂ ਹੈ। ਉਹ ਬੜੀ ਵੱਡੀ ਜ਼ਿੰਮੇਵਾਰੀ ਹੈ, ਉੱਥੇ ਸੇਵਾ ਆ। ਇਹ ਤੇ ਮੌਜਾਂ ਤੇ ਆ, ਇਹ ਤੇ ਸੱਤਾ ਦੇ ਉੱਤੇ ਜਿਸ ਤਰ੍ਹਾਂ ਕਿਤੇ ਨਵੇਂ ਰਾਜੇ ਆ। ਲੋਕਾਂ ਨੇ ਉੱਥੇ ਕਿੰਨੇ, ਔਰ ਇੱਕ ਪਾਸੇ ਔਰੰਗਜ਼ੇਬ ਦਾ ਚਿੱਤਰ ਤੇ ਦੂਜੇ ਪਾਸੇ ਮੋਦੀ ਦਾ ਲਾ ਕੇ ਕਮਾਈ ਫਿਰਦੇ ਸੀ। ਆ ਚੰਡੀਗੜ੍ਹ ਵੀ ਮੈਂ ਇੱਥੇ ਲਈ ਫਿਰਦੇ ਦੇਖੇ ਆ, ਕਿੰਨਾ ਕੁਝ ਸੋਸ਼ਲ ਮੀਡੀਆ ਤੇ ਸਰਕੂਲੇਟ ਹੋ ਰਿਹਾ। ਇਹ ਲੋਕਾਂ ਦਾ ਇੰਨਾ ਪ੍ਰਤੀ ਇਮੇਜ ਬਣਦਾ ਜਾ ਰਿਹਾ। ਇਸ ਇਮੇਜ ਤੋਂ ਕਿਵੇਂ ਬਾਹਰ ਨਿਕਲਣਾ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਸ਼ਹਿਰੀ। ਜੀ ਬਿਲਕੁਲ ਰਾਜੇਸ਼ ਜੀ, ਬਹੁਤ ਸ਼ੁਕਰੀਆ ਜੀ ਦ ਮਾਰਨਿੰਗ ਸ਼ੋਅ ਦਾ ਹਿੱਸਾ ਬਣਨ ਦੇ ਲਈ, ਗੱਲਬਾਤ ਸਾਂਝੀ ਕਰਨ ਦੇ ਲਈ। ਪ੍ਰੋਫੈਸਰ ਸਾਹਿਬ ਬਹੁਤ ਸ਼ੁਕਰੀਆ ਜੀ। ਫਿਰ ਤੋਂ ਨਵੇਂ ਅਪਡੇਟਸ ਦੇ ਨਾਲ, ਫਿਰ ਤੋਂ ਤਾਜ਼ਾ ਜਾਣਕਾਰੀਆਂ ਦੇ ਨਾਲ ਮਿਲਾਂਗੇ ਜੀ। ਬਹੁਤ ਧੰਨਵਾਦ ਜੀ। ਸੋ ਪ੍ਰੋਫੈਸਰ ਅਮਨਜੀਤ ਜਿਸ ਤਰੀਕੇ ਨਾਲ ਬਾਰ-ਬਾਰ ਇਸ ਗੱਲ ਦੇ ਉੱਤੇ ਹੀ ਕਾਇਮ ਸੀਗੇ ਕਿ ਸਰਕਾਰ ਚਾਹੁੰਦੀ ਤਾਂ ਰੋਕ ਸਕਦੀ ਸੀਗੀ, ਯਾਨੀ ਕਿ ਜੋ ਕੁਝ ਹੋਇਆ, ਜੋ ਕੁਝ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ, ਅਸੀਂ ਸਾਰੇ ਹੀ ਪੜ੍ਹ ਰਹੇ ਹਾਂ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ
की लिखा जा रहा है कि किसानों ने इस तरह कर दिया, किसानों ने उस तरह कर दिया, लाल किले पे जिस तरीके से केसरी निशान लगाया वो बिल्कुल शर्मनाक बात है। ये जिहड़ियां हेडलाइनस हुण बन चुकियां ने या फिर सोशल मीडिया के उत्ते जिहड़ी गल कही जा रही है इसकी हेडलाइनस ये नहीं होनी चाहिए, क्योंकि वाकई किते ना किते ये गल तो है कि जे किसान जथेबंदियां ने जे रूट डाइवर्ट हो ही गया सीगा तो रूट डाइवर्ट जे होया तो सरकार दे वल्लों किसी तरीके के इंतजाम तो होने चाहिए सी। जे लाल किले तक किसान पहुँचे, जे कुछ नौजवानों ने उत्थे जाके केसरी झंडा लगाया तो उत्थे किसी ने उन्होंने रोकने की उदों कोशिश क्यों नहीं की। सो वाकई ये सारिया चीज़ां गहराई दे नाल सोचण वालियां ने, जांचण वालियां ने, क्योंकि इस वेले सोशल मीडिया की सुर्खी जो होएगी या फिर टीवियां की हैडलाइन जो होएगी, सानू सारियां नू उस तरीके नाल नहीं चलना चाहिए। अपने दिमाग ते जोर दे के अपने तरीके नाल सोचो, सही तस्वीर जिहड़ी है 72वें गणतंत्र दिवस की की बनती दिखाई दे रही है, तो फिर फैसला करो कि ये 72वां गणतंत्र दिवस तुसी किवें याद करोगे या की कह सकते हो। और मैं बार बार ये कह रही हाँ कि प्लीज़ सोशल मीडिया के जरिए कोशिश करा करो साडे नाल जुड़िया करो। द मॉर्निंग शो के रिगार्डिंग तुहाडे कोल कोई सुजैशन है, तुसी कुछ अपनी गल साडे नाल सांझी करना चाहुंदे हो, जो तुहाडे कोल भी कोई टॉपिक है तो असीं स्टूडियो 'च तुहानूं बुलावांगे, तुहाडे नाल असीं भी गलबात करांगे जरूर। तो फेसबुक ते तुसी लिखिया करो, सो राबता जिहड़ा साडे नाल जरूर बनाई रखिया करो। तुहाडे सुझाव साडे लई बहुत मायने रखदे ने। इजाजत दिओ जी, कल फिर तो मिलांगे द मॉर्निंग शो दे विच। सत श्री अकाल। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।